ਅਸ਼ਲ ਪੂਰਨ ਅਬਿਨਾਸੀ। ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ। ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਾਹੀ ਪਾਸੀ। ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ। ਧਨ ਧਨ ਤੇ ਧਨ ਜਾਨਾ ਜਿਹ ਕਿਰਪਾਲ ਹਰ ਹਰ ਭਇਓ। ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੁਹੂ ਥੇ ਰਹਿਓ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸਰਬੱਤ ਸੰਗਤਾਂ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਕੋਟ ਹਯਾਤ ਵਿਖੇ ਖਡੂਰ ਸਾਹਿਬ ਦੇ ਇਲਾਕੇ ਵਿੱਚ ਮਹਾਨ ਗੁਰਮਤਿ ਸਮਾਗਮ ਉਲੀਕੇ ਹਨ। ਆਓ ਗੁਰੂ ਨਾਨਕ ਸਾਹਿਬ ਦੀ ਅਗੰਮੀ ਵਡਿਆਈ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਰੇ ਜ਼ਰੇ ਵਿੱਚ ਰਮੇ ਹੋਏ ਪਰਮਾਤਮਾ ਨੂੰ ਭੱਟ ਸਾਹਿਬਾਨਾਂ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਮੁੱਚੀ ਕਾਇਨਾਤ ਦੇ ਅੰਦਰ ਜੋਤ ਸਰੂਪ ਬਣ ਕੇ ਸਮਾਏ ਪਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਕੇ ਸੰਬੋਧਿਤ ਕੀਤਾ ਹੈ। ਗੁਰੂ ਨਾਨਕ ਕੌਣ ਨੇ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋ ਸਭਨਾ ਦਾ ਜੋਤ ਸਰੂਪ ਹੈ, ਜੋ ਹਰ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਉਸਨੇ ਦੁਨੀਆ ਤੇ ਆ ਕੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ। ਸੋ ਪਰਮਾਤਮਾ ਵਿੱਚ ਅਤੇ ਗੁਰੂ ਨਾਨਕ ਦੇ ਵਿੱਚ ਕੋਈ ਅੰਤਰ ਨਹੀਂ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਵਡਿਆਈ ਕੀਤੀ ਗੁਰੂ ਨਾਨਕ ਸਾਹਿਬ ਦੀ, ਕਹਿੰਦੇ ਨੇ ਕਮਨ ਜੋਗ ਕੌਣ ਗਿਆਨ ਧਿਆਨ ਕਮਨ ਬਿਦ ਉਸਤਤ ਕਰੀਐ। ਸਿੱਧ ਸਾਧਕ 33 ਕੋਰ ਤਿਰਕੀਮ ਨਾ ਪਰੀਐ। ਗੁਰੂ ਨਾਨਕ ਏਡਾ ਵੱਡਾ ਹੈ। ਗੁਰੂ ਨਾਨਕ ਦੇ ਨਿਰਗੁਣ ਸਰੂਪ ਪਰਮਾਤਮਾ ਏਡੇ ਵੱਡੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਹੜਾ ਗਿਆਨ ਹੈ ਜਿਹਦੇ ਨਾਲ ਤੇਰੇ ਗੁਣਾਂ ਦਾ ਅੰਤ ਪੈ ਸਕੇ। ਉਹ ਕਿਹੜਾ ਧਿਆਨ ਹੈ ਚੌਂਕੜਾ ਲਾ ਕੇ ਬੈਠੀਏ ਤੇ ਤੂੰ ਜ਼ਿਹਨ ਵਿੱਚ ਟਿਕ ਜਾਵੇਂ। ਕਿਸ ਰਸਨਾ ਦੇ ਨਾਲ, ਕਿਸ ਵਿਧੀ ਦੇ ਨਾਲ ਤੇਰੇ ਗੀਤ ਗਾਈਏ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਆਮ ਬੰਦਾ ਤੇ ਕੀ ਅੰਤ ਪਾ ਸਕਦਾ ਹੈ? ਕਹਿੰਦੇ ਸਿੱਧ ਸਾਧਕ 33 ਕੋਰ ਤਿਰਕੀਮ ਨਾ ਪਰੀਐ। ਸਿੱਧ ਕਹਿੰਦੇ ਨੇ ਕਰਾਮਾਤੀਆਂ ਨੂੰ, ਸਿੱਧਾਂ ਨੂੰ, ਜਿਨ੍ਹਾਂ ਦੇ ਕੋਲ ਅਜ਼ਮਤਾਂ ਨੇ, ਕਰਾਮਾਤਾਂ ਨੇ। ਜਿਵੇਂ ਬਾਣੀ ਚਾਹੁੰਦਾ ਹੈ ਅਸ਼ਟ ਸਿੱਧ ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਜਿਹੜੇ ਅਜ਼ਮਤੀ ਲੋਕ ਨੇ, ਕਰਾਮਾਤੀ ਲੋਕ ਨੇ, ਉਹ ਤੇਰਾ ਅੰਤ ਨਹੀਂ ਪਾ ਸਕੇ। ਅੱਗੇ ਆ 33 ਕੋਰ, 33 ਕਰੋੜ ਨੂੰ ਕਿਹਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ
330 million demigods, 33 ਕਰੋੜ demigods ਨੇ, 330 million demigods, ਦੇਵਤੇ ਰਹਿਬਰ, ਇਹ ਜਿਤਨੇ ਵੀ ਮਹਾਪੁਰਸ਼ ਨੇ, ਇੱਕ ਰੰਚਕ ਮਾਤਰ ਵੀ ਉਸ ਅਕਾਲ ਪੁਰਖ ਦਾ, ਗੁਰੂ ਨਾਨਕ ਦਾ ਅੰਤ ਨਹੀਂ ਪਾ ਸਕਦੇ। ਗੁਰੂ ਨਾਨਕ ਏਡਾ ਵੱਡਾ ਹੈ, ਰੋਜ਼ ਤੇ ਪੜ੍ਹਦੇ ਹੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇੱਥੇ ਹੀ ਬਸ ਨਹੀਂ, 33 ਕਰੋੜ ਦੇਵਤਿਆਂ ਤੋਂ ਵੀ ਜਿਹੜੇ ਮਹਾਨ ਨੇ, ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ। 3 ਦੇਵਤੇ ਸਭਨਾਂ ਚ ਉੱਤਮ ਅਵਧੀ ਹਾਸਲ ਨੇ। 33 ਕਰੋੜ ਵਿੱਚ ਉੱਤਮ ਨੇ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ। ਕਹਿੰਦੇ ਉਹ ਜਿਹੜਾ ਬ੍ਰਹਮਾ ਹੈ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਰਮੇਸ਼ਰ ਤੇਰੇ ਨਿਰਗੁਣ ਸਰੂਪ ਦੀ ਆਏ, ਪਰਮੇਸ਼ਰ ਤੇਰੇ ਸਰਗੁਣ ਸਰੂਪ ਦੇ, ਗੁਰੂ ਨਾਨਕ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਬ੍ਰਹਮਾਦਿਕ, ਕੱਲਾ ਬ੍ਰਹਮਾ ਹੀ ਨਹੀਂ, ਬ੍ਰਹਮਾ ਜੀ ਅਤੇ ਹੋਰ ਜਿਤਨੇ ਵੀ ਏਦਾਂ ਦੇ ਦੇਵਤੇ ਨੇ, ਮਹਾਪੁਰਸ਼ ਨੇ। ਅੱਗੇ ਲਫ਼ਜ਼ ਹੈ ਸਨਕਾਦ। ਸਨਕ ਸਨੰਦ ਨੇ ਜਿਹੜੇ ਬ੍ਰਹਮਾ ਦੇ ਪੁੱਤਰ ਨੇ, ਬੜੇ ਵਿਦਵਾਨ ਨੇ, ਗਿਆਨਵਾਨ ਨੇ। ਨਾ ਬ੍ਰਹਮਾ ਨਾ ਸਨਕਾਦਕ, ਜਿਤਨੇ ਵੀ ਇਹ ਦੇਵਤੇ ਨੇ, ਰਿਸ਼ੀ ਮੁਨੀ ਨੇ ਜਾਂ ਸੇਖ ਨੇ, ਬੜੇ ਬੜੇ ਮਹਾਪੁਰਸ਼ ਨੇ, ਤਪਸਵੀ ਨੇ। ਇਹ ਤੇ ਸੇਖ ਤੋਂ ਭਾਵ ਹੈ ਸ਼ੇਸ਼ਨਾਗ, ਜਿਹਦੀਆਂ ਕਹਿੰਦੇ ਸੈਂਕੜੇ ਜ਼ੁਬਾਨਾਂ ਨੇ। ਜਿੰਨੀਆਂ ਚਾਹੇ ਤੇਰੀਆਂ ਜ਼ੁਬਾਨਾਂ ਨੇ, ਗੁਣ ਅੰਤ ਨਾ ਪਾਏ। ਤੇਰੇ ਗੁਣਾਂ ਦਾ ਅੰਤ ਗੁਰੂ ਨਾਨਕ ਲੱਖਾਂ ਜ਼ੁਬਾਨਾਂ ਨਾਲ ਵੀ ਪਾਇਆ ਨਹੀਂ ਜਾ ਸਕਦਾ। ਇੱਥੇ ਲੱਖਾਂ ਕਥਾਕਾਰ ਸੱਦ ਲਓ, ਕੋਈ ਅੰਤ ਨਹੀਂ ਪਾ ਸਕਦਾ ਉਹਦਾ। ਮੁੱਕਦੀ ਗੱਲ ਇਹ ਹੈ, ਕਹਿੰਦੇ ਅੱਗੋਂ ਗਹਿਓ ਨਹੀਂ ਜਾਏ, ਪੂਰ ਸਰਬ ਰਹਿਓ ਸਮਾਏ। ਅਗਹ, ਅੱਗੋਂ ਅਗਹ, ਜਿਹੜਾ ਸੁਰਤੀ ਦੀ ਪਕੜ ਚ ਨਾ ਆਵੇ, ਏਡਾ ਵੱਡਾ ਹੋਵੇ। ਅਗਹ ਕਹਿੰਦੇ ਜਿਹੜਾ ਇਦਾਂ ਫੜਿਆ ਨਾ ਜਾਵੇ। ਅਕਾਲ ਪੁਰਖ ਗੁਰੂ ਨਾਨਕ ਦੀ ਅਜ਼ਮਤ, ਤਾਕਤ, ਬੁਲੰਦ ਹਸਤੀ ਇੰਨੀ ਕੁ ਵੱਡੀ ਹੈ, ਉਹ ਨਾ ਤੇ ਹੱਥ ਵਿੱਚ ਹੀ ਆਉਂਦੀ ਹੈ, ਨਾ ਸੁਰਤੀ ਰੂਪ ਹੱਥ ਵਿੱਚ ਹੀ ਆਉਂਦਾ ਹੈ। ਉਹਦਾ ਦਾਇਰਾ ਬੜਾ ਵੱਡਾ ਹੈ। ਪੂਰ ਸਰਬ ਰਹਿਓ ਸਮਾਏ। ਪਰ ਦੇਖੋ ਹੈਰਾਨੀ ਦੀ ਗੱਲ ਇਹ ਹੈ, ਨਿਰਗੁਣ ਤੌਰ ਤੇ ਦੁਨੀਆ ਦੇ ਹਰ ਜ਼ਰੇ ਵਿੱਚ, ਹਰ ਸਰੀਰ ਵਿੱਚ ਰਹਿੰਦਾ ਹੈ, ਤੇ ਹੱਥ ਫਿਰ ਨਹੀਂ ਆਉਂਦਾ। ਉਹ ਜਿਹੜਾ ਹਰ ਸਰੀਰ ਦੇ ਵਿੱਚ ਰਹਿੰਦਾ ਹੈ ਨਾ, ਘਟ ਘਟ ਮੈਂ ਹਰਜੂ ਬਸੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਹੇ ਕਾਟੀ ਸਿਲਕ ਦਇਆਲ ਪ੍ਰਭ, ਸਈ ਜਨ ਲੱਗੇ ਭਗਤੇ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਹਰ ਗੁਰ ਨਾਨਕ ਕਿਹਾ ਹੈ, ਹਰੀ ਨੂੰ, ਪਰਮੇਸ਼ਰ ਨੂੰ, ਜਾਂ ਗੁਰੂ ਨਾਨਕ ਨੂੰ ਜਿਸ ਨੇ ਪਰਸ ਲਿਆ। ਹਰ ਗੁਰੂ ਨਾਨਕ, ਹਰੀ ਵਰਗੇ ਗੁਰੂ ਨਾਨਕ ਨੂੰ, ਹਰੀ ਦੇ ਸਰੂਪ ਗੁਰੂ ਨਾਨਕ ਨੂੰ ਜਿਨੇ ਪਰਸ ਲਿਆ। ਇੱਕ ਦੇ ਕਹਿੰਦੇ ਜਿਹੇ ਕਾਟੀ ਸਿਲਕ ਦਇਆਲ ਪ੍ਰਭ, ਮਾਇਆ ਦੀ ਫਾਹੀ, ਦੁੱਖਾਂ ਦੀ ਫਾਹੀ, ਵਿਕਾਰਾਂ ਦੀ ਫਾਹੀ ਉਹਦੇ ਗਲੇ ਚੋਂ ਗੁਰੂ ਨਾਨਕ ਕੱਟ ਦਵੇਗਾ, ਜਿਹੜੇ ਉਹਦੀ ਭਗਤੀ ਵਿੱਚ ਲੱਗਣਗੇ। ਜਾਂ ਉਹ ਸਮਝ ਲਓ, ਜਿਨ੍ਹਾਂ ਦੀ ਮਾਇਆ ਦੀ ਫਾਹੀ ਗੁਰੂ ਨਾਨਕ ਨੇ ਕੱਟੀ, ਉਹੀ ਭਗਤੀ ਕਰ ਸਕਦੇ ਨੇ। ਦਲਿੱਦਰ ਦੀ ਫਾਹੀ ਕੱਟੀ, ਭਗਤੀ ਕਰ ਸਕਦੇ ਨੇ। ਇੱਥੇ ਲੱਗ ਤੁਸੀਂ ਜ਼ੋਰ ਲਾਓ, ਨਿਤਨੇਮ ਕਰੋ, ਅੰਮ੍ਰਿਤ ਵੇਲੇ ਉੱਠੋ, ਕੋਈ ਉੱਠਦਾ ਭਲਾ? ਦਲਿੱਦਰ ਦੀ ਫਾਹੀ, ਮਾਇਆ ਦੀ ਫਾਹੀ ਤਕਰੀਬਨ 99% ਦੇ ਲੋਕਾਂ ਦੇ ਗਲਾਂ ਵਿੱਚ ਹੈ। ਕੋਈ ਵਿਰਲਾ ਹੀ ਹੈ ਜਿਹੜਾ ਅੰਮ੍ਰਿਤ ਵੇਲਾ ਸਾਂਭ ਲੈਂਦਾ ਹੋਵੇਗਾ। ਤੇ ਜਿਨਨੇ ਅੰਮ੍ਰਿਤ ਵੇਲਾ ਲਿਆ ਸਾਂਭ, ਜਿਨਨੇ ਚੌਂਕੜਾ ਲਾ ਲਿਆ, ਗੁਰੂ ਨਾਨਕ ਦੀ ਯਾਦ ਵਿੱਚ ਜਿਹੜਾ ਜੁੜ ਗਿਆ, ਸਹੀ ਜਨ ਲੱਗੇ ਭਗਤੇ। ਜਿਹੇ ਕਾਟੀ ਸਿਲਕ ਦਇਆਲ ਪ੍ਰਭ, ਤੇ ਜਿਹੜਾ ਫਿਰ ਗੁਰੂ ਨਾਨਕ ਦੀ, ਅਕਾਲ ਪੁਰਖ ਦੀ ਭਗਤੀ ਵਿੱਚ ਲੱਗ ਗਿਆ, ਸੇਵਾ ਵਿੱਚ ਲੱਗ ਗਿਆ। ਹਰ ਗੁਰੂ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਇਸ ਲੋਕ ਅੰਦਰ ਵਿਕਾਰਾਂ ਤੋਂ, 84 ਦੇ ਗੇੜ ਤੋਂ, ਦੁੱਖਾਂ ਤੋਂ ਉਹ ਮੁਕਤ ਹੋ ਜਾਵੇਗਾ। ਤੇ ਪਰਲੋਕ ਵਿੱਚ ਵੀ
ਉਹਨੂੰ ਨਰਕ ਨਹੀਂ ਭੋਗਣੇ ਪੈਣਗੇ, ਉੱਥੇ ਵੀ ਉਸ ਨੂੰ ਨਜ਼ਾਕਤ ਹਾਸਲ ਹੈ। ਗੁਰੂ ਨਾਨਕ ਦੀ ਪਹੁੰਚ ਦੋਹਾਂ ਲੋਕਾਂ ਤਾਈਂ ਹੈ। ਇੱਥੇ ਸਰਗੁਣ ਸਰੂਪ ਜਾਂ ਅੱਜ ਸ਼ਬਦ ਸਰੂਪ ਵਿੱਚ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪੋਥੀ ਪਰਮੇਸ਼ਰ ਕਾ ਥਾਨ। ਤੇ ਉਸ ਪਰਲੋਕ ਦੇ ਅੰਦਰ ਉਹ ਨਿਰਗੁਣ ਸਰੂਪ ਨੇ, ਜੋਤ ਸਰੂਪ। ਇੱਥੇ ਵੀ ਰੱਖਦੇ ਨੇ ਤੇ ਉਸ ਆਲਮ ਵਿੱਚ ਪਰਲੋਕ ਵਿੱਚ ਵੀ ਰੱਖਦੇ ਨੇ। ਇਤ ਦਾ ਮਤਲਬ ਇਹ ਲੋਕ, ਉਤ ਦਾ ਮਤਲਬ ਜਿਹੜਾ ਉਹ ਲੋਕ ਹੈ। ਇੱਕ ਇੰਗਲਿਸ਼ ਦੇ ਟੀਕਾਕਾਰ ਨੇ ਕਿਹਾ ਹੈ ਵੀ ਯੂ ਵਿਲ ਬੀ ਐਮੈਂਸੀਪੇਟਡ ਹੇਅਰ ਐਂਡ ਹੇਅਰ ਆਫਟਰ। ਇੱਥੇ ਵੀ ਮੁਕਤ ਤੇ ਪਰਲੋਕ ਵਿੱਚ ਵੀ ਤੂੰ ਨਰਕਾਂ ਤੋਂ ਮੁਕਤ ਹੋ ਜਾਵੇਂਗਾ। ਕਿਉਂਕਿ ਐਸੇ ਰਹਿਬਰ ਕੇਵਲ ਗੁਰੂ ਨਾਨਕ ਨੇ ਜਿਨ੍ਹਾਂ ਦੀ ਡਾਂਗ ਇਸ ਲੋਕ ਅੰਦਰ ਵੀ ਚੱਲਦੀ ਹੈ ਤੇ ਪਰਲੋਕ ਵਿੱਚ ਵੀ ਚੱਲਦੀ ਹੈ। ਬਾਕੀ ਇੱਥੋਂ ਤੱਕ ਹੀ ਰਹਿ ਜਾਂਦੇ ਨੇ। ਆ ਸਭ ਕਬਰਾਂ ਕੁਬਰਾਂ, ਦੇਵੀ ਦੇਵਤੇ, ਪੱਥਰ ਮੂਰਤਾਂ, ਇਹਨਾਂ ਦੀ ਹਸਤੀ ਕੇਵਲ ਇੱਥੋਂ ਤੱਕ ਆ। ਗੁਰੂ ਨਾਨਕ ਲੋਕ ਪਰਲੋਕ ਦੇ ਮਾਲਕ ਨੇ। ਭਾਈ ਨੰਦ ਲਾਲ ਦੇ ਫਾਰਸੀ ਦੇ ਬੋਲ ਨੇ, ਕਹਿੰਦੇ ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਤੇਰਾ ਨੂਰ, ਤੇਰੀ ਅਜ਼ਮਤ, ਤੇਰੀ ਬਰਕਤ ਗੁਰੂ ਨਾਨਕ ਦੋਹਾਂ ਲੋਕਾਂ ਦੇ ਵਿੱਚ ਪ੍ਰਚੰਡ ਹੈ। ਕਲਾਮੇ ਹਰ ਰੁਬਾ, ਧਿਆਨ ਦਿਓ, ਫਾਰਸੀ ਦੇ ਬੋਲ ਨੇ, ਕਲਾਮੇ ਹਰ ਰੁਬਾ ਵਾ ਸੁਧ ਸੇ ਕੁਦਸੀ। ਕਲਾਮੇ ਹਰ ਰੁਬਾ ਵਾ ਸੁਧ ਸੇ ਕੁਦਸੀ। ਅਜ਼ ਤੌਸੀਫਸ਼ ਕਾਸਿਰ, ਅਜ਼ ਤੌਸੀਫਸ਼ ਕਾਸਿਰ ਵਾ ਲਿਵਾਏ ਨੂਰ ਆਮਾਇਸ਼, ਵਾ ਲਿਵਾਏ ਨੂਰ ਆਮਾਇਸ਼ ਬਰ ਹਰ ਦੋ ਆਲਮ ਨਾਸਿਰ। ਦੋ ਆਲਮ ਨੇ, ਇਹ ਲੋਕ ਹੈ, ਦੂਜਾ ਪਰਲੋਕ ਹੈ। ਇਹ ਕੀ ਜ਼ਿਕਰ ਕਰਦੇ ਨੇ ਭਾਈ ਨੰਦ ਲਾਲ ਦੋਹਾਂ ਆਲਮਾਂ ਦਾ? ਕਲਾਮੇ ਦਾ ਮਤਲਬ ਹੈ ਬਾਣੀ, ਕਲਾਮੇ ਹਰ ਰੁਬਾ। ਹਰ ਦਾ ਮਤਲਬ ਹੁੰਦਾ ਹਰ ਇੱਕ, ਹਰ ਕੋਈ। ਰੁਬਾ ਚਾਰ ਨੂੰ ਕਿਹਾ। ਚਾਰ ਕੀ ਨੇ? ਹਿੰਦੂ ਵੀਰਾਂ ਦੇ ਵੇਦ ਨੇ। ਵਾ ਸੁਦਸੀ, ਵਾ ਦਾ ਮਤਲਬ ਅਤੇ, ਚਾਰ ਵੇਦ ਅਤੇ। ਸੁਦਸ ਦਾ ਮਤਲਬ ਹੁੰਦਾ ਛੇ, ਤੇ ਛੇ ਕੀ ਨੇ? ਸ਼ਾਸਤਰ। ਜਿਤਨੇ ਵੀ ਧਾਰਮਿਕ ਗ੍ਰੰਥ ਨੇ। ਕੁਦਸੀ ਲਫ਼ਜ਼ ਆਉਂਦਾ ਜਿਹੜੇ ਬੜੇ ਪਾਕ ਹੁੰਦੇ ਨੇ, ਪਵਿੱਤਰ। ਧਾਰਮਿਕ ਗ੍ਰੰਥਾਂ ਨੂੰ ਪਵਿੱਤਰ ਕਹਿ ਦਿੱਤਾ ਜਾਂਦਾ ਕਿਉਂਕਿ ਰੱਬ ਦੀ ਗੱਲ ਹੁੰਦੀ ਹੈ। ਚਾਹੇ ਉਹ ਹਿੰਦੂ ਧਰਮ ਦੇ ਨੇ, ਸਿੱਖ ਧਰਮ ਦੇ ਨੇ, ਇਸਲਾਮ ਜਗਤ ਦੇ ਨੇ, ਕੋਈ ਵੀ ਧਾਰਮਿਕ ਗ੍ਰੰਥ ਹੈ ਉਹ ਪਵਿੱਤਰ ਹੈ। ਸੁਦਸੀ ਦਾ ਮਤਲਬ ਹੈ ਛੇ, ਰੁਬਾ ਦਾ ਮਤਲਬ ਹੈ ਚਾਰ, ਤੇ ਕੁਦਸੀ ਦਾ ਮਤਲਬ ਹੈ ਪਵਿੱਤਰ। ਤੌਸੀਫਸ਼ ਕਾਸਿਰ, ਤੌਸੀਫ ਕਹਿੰਦੇ ਨੇ ਵਡਿਆਈ ਕਰਨੀ, ਤੇ ਕਾਸਿਰ ਦਾ ਮਤਲਬ ਹੁੰਦਾ ਅਸਮਰੱਥ। ਗੁਰੂ ਨਾਨਕ ਤੇਰੇ ਇਤਨੇ ਕੁ ਗੁਣ ਨੇ, ਚਾਰ ਵੇਦ ਛੇ ਸ਼ਾਸਤਰ ਵੀ ਤੇਰੀ ਵਡਿਆਈ ਕਰਨ ਦੇ ਸਮਰੱਥ ਨਹੀਂ। ਏਡਾ ਵੱਡਾ ਹੈ ਤੂੰ, ਕੋਈ ਧਾਰਮਿਕ ਗ੍ਰੰਥ ਤੇਰਾ ਅੰਤ ਨਹੀਂ ਪਾ ਸਕਦਾ। ਤੂੰ ਇੰਨੀ ਪਹੁੰਚ ਦਾ ਮਾਲਕ ਹੈ। ਮਤਲਬ ਕੀ ਹੈ? ਤੇਰੀ ਮਹਿਮਾ ਅਪਰਮ ਅਪਾਰ ਹੈ, ਕੋਈ ਪਾਰਾਵਾਰ ਨਹੀਂ ਪਾ ਸਕਦਾ। ਵਾ ਲਿਵਾਏ ਨੂਰ ਆਮਾਇਸ਼, ਵਾ ਲਿਵਾਏ ਨੂਰ ਆਮਾਇਸ਼। ਵਾ ਦਾ ਮਤਲਬ ਅਤੇ ਹੈ, ਲਿਵਾਏ ਦਾ ਮਤਲਬ ਹੁੰਦਾ ਨਿਸ਼ਾਨ ਸਾਹਿਬ, ਝੰਡਾ। ਨੂਰ ਰੌਸ਼ਨੀ ਨੂੰ ਕਹਿੰਦੇ ਨੇ, ਨੂਰ ਆਮਾਇਸ਼, ਆਮਾਇਸ਼ ਕਹਿੰਦੇ ਨੇ ਐ ਚੰਚਲ ਹੋ ਕੇ ਹਿਲਦੇ ਰਹਿਣਾ, ਉਹ ਝੰਡਾ ਹਿਲਦਾ ਰਹਿੰਦਾ ਨਾ। ਭਾਈ ਨੰਦ ਲਾਲ ਕਹਿੰਦੇ ਦੋ ਆਲਮ ਨਾਸਿਰ, ਨਾਸਿਰ ਕਹਿੰਦੇ ਮਦਦਗਾਰ। ਆਲਮ ਲੋਕ ਪਰਲੋਕ, ਦੋ ਆਲਮ। ਗੁਰੂ ਨਾਨਕ ਤੇਰੀ ਇੰਨੀ ਪਹੁੰਚ ਹੈ, ਤੂੰ ਇਸ ਆਲਮ ਦੇ ਵਿੱਚ ਵੀ ਬਾਹ ਫੜਦਾ ਹੈ ਤੇ ਪਰਲੋਕ ਵਿੱਚ ਵੀ ਮਦਦ ਦਾ ਝੰਡਾ ਤੇਰਾ ਝੁੱਲਦਾ ਹੈ। ਭਾਵ ਕਿ ਲੋਕ ਤੇ ਪਰਲੋਕ ਵਿੱਚ ਤੂੰ ਹਰ ਇੱਕ ਦਾ ਮਦਦਗਾਰ ਹੈ, ਜਿਹੜਾ ਤੇਰੇ ਝੰਡੇ ਦੀ ਛਤਰ ਛਾਇਆ ਹੇਠ ਆ ਜਾਵੇ, ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਜਾਵੇ। ਭਾਈ ਨੰਦ ਲਾਲ ਨੇ ਸਾਫ਼ ਕਿਹਾ ਸੀ, ਕਹਿੰਦੇ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਾ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਦੋਹਾਂ ਆਲਮਾਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ, ਗੁਰੂ ਨਾਨਕ ਹੈ।
ਇੱਜ਼ਤ ਖੁਦਾ ਦੇ ਦਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਚੱਲਦੀ ਹੈ, ਗੁਰੂ ਨਾਨਕ ਦੀ ਚੱਲਦੀ ਹੈ। ਤਾਂ ਗੁਰੂ ਅਰਜਨ ਸਾਹਿਬ ਨੇ ਕਿਹਾ ਤੇ ਇਤ ਉਤ ਸਦਾ ਮੁਕਤੇ ਲੋਕ ਤੇ ਪਰਲੋਕ ਵਿੱਚ ਗੁਰੂ ਨਾਨਕ ਦਾ ਸਿੱਖ ਨਿਜ਼ਾਕਤ ਹਾਸਲ ਕਰ ਲੈਂਦਾ ਹੈ। ਮੁਕਤ ਹੈ, ਗੁਰੂ ਨਾਨਕ ਦੀ ਇੰਨੀ ਪਹੁੰਚ ਹੈ। ਹਰ ਦੇਸ਼ ਵਿੱਚ, ਹਰ ਭੇਸ ਵਿੱਚ ਗੁਰੂ ਨਾਨਕ ਦੀ ਚੱਲਦੀ ਹੈ। ਇਉਂ ਸਮਝ ਲਓ ਹਰ ਜਗ੍ਹਾ ਗੁਰੂ ਨਾਨਕ ਦੀ ਵਡਿਆਈ ਦਾ ਝੰਡਾ ਝੂਲਦਾ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਸਾਹਿਬ ਦੀ ਵਡਿਆਈ ਦਾ ਝੰਡਾ ਸਮੁੱਚੀ ਕਾਇਨਾਤ ਅੰਦਰ ਝੁਲ ਰਿਹਾ ਹੈ। ਜੁਗਾਂ ਜੁਗਾਂ ਤੋਂ ਉਹਦੀ ਵਡਿਆਈ ਹੈ, ਕਿਤੇ ਪਰਮੇਸ਼ਰ ਨਿਰਗੁਣ ਤੌਰ ਤੇ ਕਿਤੇ ਸਰਗੁਣ ਸਰੂਪ ਦੇ ਤੌਰ ਤੇ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜਾ ਸੁੰਦਰ ਕਿਹਾ ਹੈ। ਵੇਖੋ ਇਸਲਾਮ ਜਗਤ ਦੇ ਮੁਹੰਮਦ ਜੀ ਰਹਿਬਰ ਨੇ, ਮੈਸੇਂਜਰ ਆਫ ਗੋਡ, ਰੱਬ ਦਾ ਸੁਨੇਹਾ ਲੈ ਕੇ ਆਏ। ਇਸਲਾਮ ਜਗਤ ਕਹਿੰਦਾ ਹੈ, ਕਦੇ ਵੇਖਿਆ ਵੀ ਕਿਸੇ ਹਿੰਦੂ ਮਤ ਦੇ ਪੈਰੋਕਾਰਾਂ ਨੇ ਸ਼੍ਰੀ ਮੁਹੰਮਦ ਜੀ ਦੀ ਵਡਿਆਈ ਕੀਤੀ ਹੋਵੇ? ਨਹੀਂ। ਕਦੇ ਤੁਸੀਂ ਵੇਖਿਆ ਹੋਵੇ ਵੀ ਸ਼੍ਰੀ ਰਾਮਚੰਦਰ ਜੋ ਸਨਾਤਨ ਮਤ ਦੇ ਹਿੰਦੂਇਜ਼ਮ ਦੇ ਮਹਾਪੁਰਸ਼ ਨੇ, ਅਵਤਾਰ ਨੇ, ਉਹਨਾਂ ਦੀ ਵਡਿਆਈ ਕਦੇ ਇਸਲਾਮ ਜਗਤ ਨੇ ਕੀਤੀ ਹੋਵੇ? ਨਹੀਂ ਮਿਲੇਗਾ। ਕੋਈ ਕਵੀ ਨਹੀਂ ਮਿਲੇਗਾ ਤੁਹਾਨੂੰ। ਇਸਲਾਮ ਜਗਤ ਦਾ ਕੋਈ ਕਵੀ ਨਹੀਂ ਮਿਲੇਗਾ ਰਾਮਚੰਦਰ ਜੀ ਦੀ ਵਡਿਆਈ ਕਰੇ। ਰਾਮਚੰਦਰ ਜੀ ਦੇ ਸਨਾਤਨ ਮਤ ਵਿੱਚ ਕੋਈ ਕਵੀ ਨਹੀਂ ਮਿਲੇਗਾ ਮੁਹੰਮਦ ਜੀ ਦੀ ਸਿਫਤ ਕਰੇ। ਜਾਓ ਗੁਰੂ ਨਾਨਕ ਬਾਬਤ ਅਗਰ ਤੁਸੀਂ ਕਿਸੇ ਇਸਲਾਮ ਜਗਤ ਦੇ ਮਹਾਪੁਰਸ਼ ਦੀ ਪੁਰਜ਼ੋਰ ਕਲਮ ਤੱਕੋਗੇ ਤੇ ਵਡਿਆਈ ਕਰਦਾ ਮਿਲੇਗਾ ਤੁਹਾਨੂੰ। ਤੁਸੀਂ ਹਿੰਦੂਇਜ਼ਮ ਦੇ ਕਿਸੇ ਕਵੀ ਦੀ ਕਲਮ ਵੇਖੋਗੇ ਤੇ ਗੁਰੂ ਨਾਨਕ ਦੀ ਵਡਿਆਈ ਕਰਦਾ ਮਿਲੇਗਾ ਤੁਹਾਨੂੰ। ਆ 550 ਸਾਲਾ ਅਕਲਾ ਸਿੱਖੀ ਥੋੜਾ ਮਨਾ ਰਹੇ ਨੇ। हिंदू की, मुसलमान की, ईसाई की, यहूदी की, ਸਮੁੱਚੀ ਦੁਨੀਆ ਦੇ ਅੰਦਰ ਸਿੱਖ ਅਤੇ ਗੈਰ ਸਿੱਖ ਗੁਰੂ ਨਾਨਕ ਸਾਹਿਬ ਦੀ ਵਡਿਆਈ ਗਾ ਰਹੇ ਨੇ। ਤੇ ਭਾਈ ਗੁਰਦਾਸ ਨੇ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਕਹਿੰਦੇ ਪਹਿਲਾਂ ਵੀ ਇਸ ਤਰ੍ਹਾਂ ਸੀ, ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ। ਗਾਉਂਦੇ ਨੇ, ਹਿੰਦੂ ਵੀ ਗਾਉਂਦੇ ਨੇ, ਮੁਸਲਮਾਨ ਵੀ ਉਸ ਨੂੰ ਗਾਉਂਦੇ ਨੇ, ਸਾਰੇ ਹੀ ਗੁਰੂ ਨਾਨਕ ਦੀ ਜੈ ਜੈਕਾਰ ਕਰਦੇ ਨੇ। ਇਹ ਫਿਰਕੂਪੁਣਾ ਗਵਾ ਕੇ, ਜਾਤ ਪਾਤ ਵਰਣ ਵੰਡ ਧਰਮ ਦੀਆਂ ਕੰਧਾਂ ਟੱਪ ਕੇ ਗੁਰੂ ਨਾਨਕ ਦੇ ਗੀਤ ਹਰ ਮਜ਼ਹਬ ਦਾ ਬੰਦਾ ਗਾਉਂਦਾ ਹੈ। ਹਿੰਦੂ ਵੀ ਗਾਵੇਗਾ, ਮੁਸਲਮਾਨ ਵੀ ਗਾਵੇਗਾ। ਬੜਾ ਸੁੰਦਰ ਲਿਖਿਆ ਭਾਈ ਗੁਰਦਾਸ ਨੇ, ਕਹਿੰਦੇ ਛਪੇ ਨਾਹੇ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ। ਗੁਰੂ ਨਾਨਕ ਏਦਾਂ ਦਾ ਸੂਰਜ ਹੈ ਜਿਹੜਾ ਛੁਪਾਇਆ ਛਿਪਦਾ ਨਹੀਂ, ਸਾਰੇ ਜਗਤ ਦੇ ਅੰਦਰ ਉਸ ਦੀ ਜੈ ਜੈਕਾਰ ਹੋ ਰਹੀ ਹੈ। ਮੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਜਿਵੇਂ ਸ਼ੇਰ ਦੇ ਬੁੱਕਣ ਤੇ ਹਿਰਨਾਂ ਦੀਆਂ ਡਹਰਾਂ ਦੌੜਦੀਆਂ ਨੇ, ਗੁਰੂ ਨਾਨਕ ਦੇ ਪ੍ਰਗਟ ਹੋਣ ਤੇ ਪਾਪ ਦੌੜਦੇ ਨੇ, ਵਿਕਾਰ ਦੌੜਦੇ ਨੇ। ਰੋਜ਼ ਤੇ ਭਾਈ ਗੁਰਦਾਸ ਦੇ ਪਾਕ ਬੋਲ ਪੜ੍ਹਦੇ ਹੋ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇ ਪ੍ਰਗਟ ਹੋਣ ਤੇ ਅਗਿਆਨ ਦੀ ਧੁੰਦ ਉੱਡ ਜਾਂਦੀ ਹੈ। ਹਿੰਦੂ ਮੁਸਲਮਾਨ ਉਸ ਨੂੰ ਪੂਜਦੇ ਨੇ। ਔਰ ਗੁਰੂ ਨਾਨਕ ਏਡਾ ਵੱਡਾ ਹੈ, ਕਹਿੰਦੇ ਉਗਮਣ ਤੇ ਆ ਥਮਣੋ ਨੌਖੰਡ ਪ੍ਰਥਮੀ ਸਭਾ ਝੁਕਾਈ, ਜਗ ਅੰਦਰ ਕੁਦਰਤ ਵਰਤਾਈ। ਉਗਮਣ ਦਾ ਮਤਲਬ ਕੀ ਹੈ? ਉਦੈ, ਸੂਰਜ ਚੜ੍ਹਦਾ ਹੈ। ਅੱਗੇ ਹੈ ਅਥਮਣੋ, ਅਥਮਣ ਕਹਿੰਦੇ ਨੇ ਅਸਤ ਹੋਣ ਨੂੰ, ਸੂਰਜ ਛਿਪਦਾ ਹੈ। ਆਪਾਂ ਪੜ੍ਹ ਰਹੇ ਹਾਂ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕਿੱਥੋਂ ਤੱਕ ਇਹ ਵਡਿਆਈ ਪ੍ਰਗਟ ਹੈ? ਭਾਈ ਗੁਰਦਾਸ ਕਹਿੰਦੇ ਸੂਰਜ ਜਿੱਥੋਂ ਚੜ੍ਹਦਾ ਹੈ ਤੇ ਜਿੱਥੇ ਛਿਪਦਾ ਹੈ, ਸਮੁੱਚੀ ਲੋਕਾਈ ਦੇ ਅੰਦਰ ਗੁਰੂ ਨਾਨਕ ਦੀ ਵਡਿਆਈ ਹੈ। ਤੇ ਨਾਲ ਨਾਲ ਕਹਿੰਦੇ ਸੂਰਜ ਦੇ ਉਦੇ ਤੇ ਅਸਤ ਹੋਣ ਦੇ ਦਰਮਿਆਨ ਜਿੰਨੀ ਲੋਕਾਈ ਹੈ, ਨੌਖੰਡ ਪ੍ਰਥਮੀ ਸਭਾ ਝੁਕਾਈ। ਗੁਰੂ ਨਾਨਕ ਦੇ ਚਰਨਾਂ ਵਿੱਚ ਸਾਰੇ ਹੀ ਝੁਕਦੇ ਨੇ। ਤਾਂ ਕਿਹਾ ਬਾਣੀ ਨੇ ਸਭ ਤੇ ਵੱਡਾ
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਚਾਹੇ ਉਹ ਕਿਆਬੇ ਦੀ ਜ਼ਿਆਰਤ ਕਰਨ ਵਾਲੇ ਕਾਜੀ ਨੇ, ਗੁਰੂ ਨਾਨਕ ਅੱਗੇ ਝੁਕਦੇ ਨੇ। ਚਾਹੇ ਉਹ ਹਰਦੁਆਰ ਸੂਰਜ ਨੂੰ ਪਾਣੀ ਦੇਣ ਵਾਲੇ ਪੰਡਤ ਨੇ, ਗੁਰੂ ਨਾਨਕ ਦੇ ਅੱਗੇ ਝੁਕਦੇ ਨੇ। ਕਾਰਨ ਕੀ ਹੈ? ਫਿਰ ਪੜ੍ਹਦੇ ਹੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਗਵਣ ਤੇ ਆਥਮਣੋ ਨੌਖੰਡ ਪ੍ਰਿਥਵੀ ਸਭਾ ਝੁਕਾਈ। ਅੱਗੇ ਲਫ਼ਜ਼ ਵਰਤਿਆ ਹੈ ਜਗ ਅੰਦਰ ਕੁਦਰਤ ਵਰਤਾਈ। ਕੁਦਰਤ ਲਫ਼ਜ਼ ਨੂੰ ਸਮਝਿਓ। ਆ ਕੱਲਾ ਰੁੱਖ ਰੱਖ ਪੈ, ਆ ਜਿਹੜੇ ਉੱਗੇ ਨੇ ਇਹੋ ਹੀ ਕੁਦਰਤ ਨਹੀਂ ਹੁੰਦੀ। ਇਹ ਝਰਨੇ, ਇਹ ਪੌਣ ਪਾਣੀ, ਇਹ ਜਿੰਨੇ ਵੀ ਨੈਚੁਰਲ ਰਿਸੋਰਸਿਸ ਨੇ, ਇਹ ਨਦੀਆਂ ਨਾਲੇ, ਇਹ ਹੀਰੇ ਜਵਾਹਰਾਤ ਜੋ ਨੇਚਰ ਦਾ ਅੰਗ ਨੇ, ਇਹਨਾਂ ਨੂੰ ਕੁਦਰਤ ਕਹਿ ਲੈਨੇ। ਪਰ ਕੱਲੀ ਇਹੀ ਕੁਦਰਤ ਨਹੀਂ ਹੈ। ਇੱਥੇ ਹੈ ਜਗ ਅੰਦਰ ਕੁਦਰਤ ਵਰਤਾਈ। ਗੁਰੂ ਨਾਨਕ ਨੇ ਕੁਦਰਤ ਵਰਤਾਈ ਹੈ। ਇੱਥੇ ਕੁਦਰਤ ਦਾ ਮਤਲਬ ਅਰਬੀ ਫਾਰਸੀ ਦਾ ਲਫ਼ਜ਼ ਹੈ ਕੁਦਰਤ, ਤੇ ਕੁਦਰਤ ਦਾ ਮਤਲਬ ਹੁੰਦਾ ਕਰਾਮਾਤ, ਸ਼ਕਤੀ। ਇਹ ਉਗਵਣ ਤੇ ਆਥਮਣੋ, ਇਹ ਕਿਵੇਂ ਗੁਰੂ ਨਾਨਕ ਅੱਗੇ ਝੁਕੇ? ਭਾਈ ਗੁਰਦਾਸ ਕਹਿੰਦੇ ਨੇ ਉਹਦਾ ਕਾਰਨ ਹੈ ਜਗ ਅੰਦਰ ਕੁਦਰਤ ਵਰਤਾਈ। ਕਿਉਂਕਿ ਗੁਰੂ ਨਾਨਕ ਨੇ ਕਰਾਮਾਤ ਹੀ ਇੰਨੀ ਵਿਖਾ ਦਿੱਤੀ, ਗੁਰੂ ਨਾਨਕ ਦੇ ਅੱਗੇ ਸਭ ਮਹਾਪੁਰਸ਼ ਲੋਕਾਈ ਝੁਕ ਗਈ। ਉੱਚ ਕਰਾਮਾਤ ਹੀ ਇੰਨੀ ਹੈ। ਤੁਸੀਂ ਬਾਣੀ ਨੂੰ ਜੇ ਧਿਆਨ ਨਾਲ ਪੜ੍ਹੋ ਨਾ, ਕੁਦਰਤ ਕੌਣ ਹਮਾਰੀ, ਬਾਣੀ ਚ ਲਫ਼ਜ਼ ਆਉਂਦਾ, ਮਤਲਬ ਸਾਡੀ ਕੀ ਤਾਕਤ ਹੈ? ਐ ਪਰਮਾਤਮਾ, ਸਾਡੇ ਕੋਲ ਕੀ ਕਰਾਮਾਤ ਹੈ? ਤੇਰੇ ਸਾਹਮਣੇ ਕੋਈ ਖਲੋ ਜਾਵੇ। ਖੈਰ, ਕੁਦਰਤ ਲਫ਼ਜ਼ ਕਰਾਮਾਤ ਲਈ ਹੈ। ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਰਾਮਾਤ ਇਤਨੀ ਦਿਖਾਈ ਹੈ, ਸਮੁੱਚੀ ਲੋਕਾਈ ਉਸ ਨੂੰ ਪ੍ਰਭੂ ਦਾ ਸਰੂਪ ਸਮਝ ਕੇ ਝੁਕਦੀ ਹੈ। ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਗੁਰੂ ਨਾਨਕ ਵਿੱਚ ਕੁਦਰਤ ਹੈ, ਕਰਾਮਾਤ ਹੈ? ਤੇ ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਕਲਾ ਲਫ਼ਜ਼ ਕਰਾਮਾਤ ਲਈ ਹੈ, ਕੁਦਰਤ ਲਈ ਹੈ, ਸ਼ਕਤੀ ਲਈ ਹੈ। ਕਹਿੰਦੇ ਅਜ਼ਿਊਮਿੰਗ ਦਾ ਪਾਵਰ ਦਾ ਪ੍ਰਾਈਮਲ ਬੀਇੰਗ, ਪਰਮਾਤਮਾ ਸਾਰੀ ਆਪਣੀ ਤਾਕਤ ਇਕੱਠੀ ਕਰਕੇ ਹੈਜ਼ ਐਂਟਰਡ ਇਨਟੂ ਦਿਸ ਵਰਲਡ, ਇਸ ਦੁਨੀਆ ਦੇ ਵਿੱਚ ਆਇਆ ਇਨ ਦੀ ਫਾਰਮ ਆਫ ਗੁਰੂ ਨਾਨਕ। ਗੁਰੂ ਨਾਨਕ ਬਣ ਕੇ ਸਾਰੀ ਕਰਾਮਾਤ ਜਾਇਦਾਦ ਆਪਣੀ ਲੈ ਕੇ, ਅਜ਼ਮਤਾਂ ਲੈ ਕੇ, ਕੁਦਰਤ ਲੈ ਕੇ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ। ਉਗਵਣ ਤੇ ਆਥਮਣੋ ਨੌਖੰਡ ਪ੍ਰਿਥਵੀ ਸਭਾ ਝੁਕਾਈ। ਕਿਵੇਂ ਝੁਕਾਈ ਹੈ? ਉਹਦੀ ਅਜ਼ਮਤ ਵੇਖਿਓ। ਇੱਕ ਤੁਹਾਡੇ ਨਾਲ ਸਾਖੀ ਸਾਂਝੀ ਕਰਾਂ। ਕਈਆਂ ਨੂੰ ਬੜੀ ਤਕਲੀਫ ਹੈ, ਗੈਰ ਸਿੱਖ ਤੇ ਮੰਨ ਲੈਂਦੇ ਨੇ ਵੀ ਗੁਰੂ ਨਾਨਕ ਵਿੱਚ ਕਰਾਮਾਤ ਬੜੀ ਹੈ। ਇੱਥੇ ਕਈ ਸਿੱਖ ਹੋਣ ਦਾ ਦਾਵਾ ਕਰੀ ਬੈਠੇ ਨੇ, ਵਿਖਾਵੇ ਨੂੰ 5 ਕਕਾਰ ਵੀ ਪਾਏ ਨੇ। ਤੇ ਜਦੋਂ ਵਿਚਾਰਧਾਰਾ ਵੇਖੀਏ ਨਾ ਉਹਨਾਂ ਦਾ, ਅੰਦਰ ਜਦੋਂ ਫਰੋਲ ਕੇ ਵੇਖੀਏ ਵੀ ਕੀ ਨਿਕਲਦਾ ਹੈ, ਸਿੱਖ ਦੀ ਤੇ ਬੜੀ ਬੁਲੰਦ ਹਸਤੀ ਹੈ। ਉਹ ਤੇ ਸਿੱਖ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਗਿਆ ਸੇ ਸਾਖਤ ਲੋਕ। ਉਹ ਲੈ ਪੰਜਾ ਕਿਦਾਂ ਲਾ ਕੇ ਪਹਾੜ ਕਿਦਾਂ ਡੱਕਦਾ ਗੁਰੂ ਨਾਨਕ ਸਾਹਿਬ ਨੇ, ਰੀਠੇ ਕਿਦਾਂ ਮਿੱਠੇ ਕਰ ਦਿੱਤੇ। ਉਥੇ ਹਸਨ ਅਬਦਾਲ ਛੋਟੀ ਮਾਰ ਕੇ ਪਹਾੜ ਦੀ ਜੜ ਚੋਂ ਝਰਨਾ ਕਿਵੇਂ ਵਗਾ ਦਿੱਤਾ ਗੁਰੂ ਨਾਨਕ ਨੇ। ਗੁਰੂ ਨਾਨਕ ਹਜ਼ਾਰਾਂ ਮੀਲ ਦਾ ਪੈਂਡਾ ਕਿਵੇਂ ਕਰ ਗਏ, ਉਦੋਂ ਤੇ ਕਾਰਾਂ ਨਹੀਂ ਸੀ ਹੁੰਦੀਆਂ। ਜ਼ਿਹਨ ਵਿੱਚ ਇਹ ਗੱਲ ਬਿਠਾ ਲੈਣੀ ਚਾਹੀਦੀ ਹੈ ਐਸੇ ਅਲਪ ਬੁੱਧੀ ਲੋਕਾਂ ਨੂੰ ਵੀ ਗੁਰੂ ਨਾਨਕ ਤੁਹਾਡੇ ਵਰਗਾ ਚੰਮ ਦਾ ਲਿਫਾਫਾ ਨਹੀਂ ਹੈ। ਉਹ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਖੁਦ ਖੁਦਾ ਦੁਨੀਆ ਤੇ ਦਾ ਪ੍ਰਾਈਮਲ ਬੀਇੰਗ, ਖੁਦ ਖੁਦਾ ਦੁਨੀਆ ਤੇ ਆਇਆ। ਕਿੱਥੇ ਇੱਕ ਨਾਚੀਜ਼ ਜਿਹਾ ਬੰਦਾ ਤੇ ਕਿੱਥੇ ਗੁਰੂ ਨਾਨਕ। ਇਹ ਉਹ ਗੱਲ ਹੈ ਵੀ ਉਹ ਖੂਹ ਦਾ ਡੱਡੂ ਹੁੰਦਾ ਨਾ ਜਿਹੜਾ, ਉਹਦੀ ਹਸਤੀ ਕੇਵਲ ਖੂਹ ਦੀ ਸੀਮਾ ਤੱਕ ਹੀ ਸੀਮਿਤ ਹੈ, ਤੇ ਖੂਹ ਦਾ ਦਾਇਰਾ ਬੜਾ ਛੋਟਾ ਹੁੰਦਾ ਹੈ। ਤੇ ਕਦੇ ਨਦੀ ਨਾਲਿਆਂ ਦੇ ਕੰਢੇ ਰਹਿੰਦਾ, ਸਮੁੰਦਰਾਂ ਦੇ ਕੰਢੇ ਰਹਿੰਦਾ ਡੱਡੂ ਹੜ ਹੁੜ ਚ ਰੁੜ ਕੇ ਉਹ ਖੂਹ ਵਿੱਚ ਡਿੱਗ ਪਵੇ ਤੇ ਦੋਵੇਂ ਬਣ ਜਾਂਦੇ ਨੇ ਯਾਰ। ਤੇ ਉਹ ਖੂਹ ਵਾਲੇ ਡੱਡੂ ਨੂੰ ਕਹਿੰਦਾ ਵੀ ਤੇਰਾ ਤੇ ਦਾਇਰਾ ਹੀ ਕੱਖ ਨਹੀਂ, ਯਾਰ ਜਿੱਥੋਂ ਆਏ ਨੇ ਉਹਦੇ ਦਾਇਰਾ ਹੀ ਬੜਾ ਵੱਡਾ ਹੈ। ਉਹ ਕਹਿੰਦਾ ਅੱਛਾ। ਖੂਹ ਵਾਲਾ ਡੱਡੂ ਕਹਿੰਦਾ ਵੀ ਅੱਛਾ ਇਹਦੇ ਨਾਲੋਂ ਵੱਡਾ ਹੈ। ਕਹਿੰਦਾ ਬਿਲਕੁਲ।
ਉਹ ਕਹਿੰਦਾ ਵੀ ਹੁਣ ਤੂੰ ਦੱਸੀ ਵੀ ਉਹ ਦਾਇਰਾ ਕਿੱਡਾ ਹੈ। ਉਹ ਡੱਡੂ ਜਿਹੜਾ ਖੂਹ 'ਚ ਰਹਿਣ ਵਾਲਾ, ਖੂਹ ਦਾ ਵਸਨੀਕ ਸੀ ਨਾ, ਅਲਪ ਬੁੱਧੀ। ਗੁਰੂ ਨਾਨਕ ਸਮੁੰਦਰ ਹੈ ਜਿਹਦੀ ਔਕਾਤ ਪੁੱਜੇ ਵਾਲੀ ਹੈ। ਉਸ ਗਿਆਨੀ ਡੱਡੂ ਦੀ ਗੱਲ ਕਰਾਂ, ਉਹਨੇ ਐਡੀ ਕਿ ਛਾਲ ਮਾਰੀ ਤੇ ਉਹ ਜਿਹੜਾ ਡੱਡੂ ਰੁੜ ਕੇ ਆਇਆ ਸੀ, ਕਿਸੇ ਨਦੀ ਦੇ ਕੰਢੇ ਰਹਿਣ ਵਾਲਾ, ਸਮੁੰਦਰ ਦੇ ਕੰਢੇ ਰਹਿਣ ਵਾਲਾ, ਉਹਨੂੰ ਕਹਿੰਦਾ ਵੀ ਐਡਾ ਘੋਣਾ ਸਮੁੰਦਰ ਤੇਰਾ, ਐਡਾ ਘੋਣਾ। ਹੁਣ ਡੱਡੂ ਦੀ ਛਾਲ ਤੁਹਾਨੂੰ ਪਤਾ ਜਿੱਡੀ ਹੁੰਦੀ ਹੈ। ਉਹ ਕਹਿੰਦਾ ਨਹੀਂ ਨਹੀਂ ਕੁਝ ਵੀ ਨਹੀਂ, ਉਹ ਵੱਡਾ ਦਾਇਰਾ ਹੈ। ਇੱਕ ਹੋਰ ਛਾਲ ਮਾਰੀ, ਨਹੀਂ ਨਹੀਂ ਇਹਦੇ ਨਾਲੋਂ ਵੀ ਵੱਡਾ। ਉਹ ਦੋ ਹਿੱਸੇ ਖੂਹ ਲੰਘ ਗਿਆ, ਥੋੜਾ ਜਿਹਾ ਖੂਰ ਮਾਰ ਕੇ ਛਾਲ ਖੂਹ ਦੀ ਦੂਜੀ ਕੰਧ ਨਾਲ ਦੂਜੇ ਬੰਨੇ ਨਾਲ ਲਾ ਕੇ ਕਹਿੰਦਾ ਵੀ ਹੁਣ ਝੂਠ ਨਾ ਮਾਰੀ, ਐਦੋਂ ਵੱਡਾ ਨਹੀਂ ਸਮੁੰਦਰ ਹੋ ਸਕਦਾ। ਇਹ ਜਿਹੜੇ ਆਂਦੇ ਨਾ ਗੁਰੂ ਨਾਨਕ ਰੀਠੇ ਨਹੀਂ ਮਿੱਠੇ ਕਰ ਸਕਦਾ, ਪਹਾੜ ਨਹੀਂ ਰੋਕ ਸਕਦਾ, ਝਰਨੇ ਨਹੀਂ ਵਗਾ ਸਕਦਾ, ਇਹ ਉਹ ਖੂਹ ਦੇ ਡੱਡੂ ਹੈ ਜਿਨ੍ਹਾਂ ਦੀ ਔਕਾਤ ਜਿਤਨੀ ਹੈ ਉਤਨੀ ਹੀ ਹਸਤੀ ਗੁਰੂ ਨਾਨਕ ਦੀ ਸਮਝੀ ਬੈਠੇ ਨੇ। ਤੂੰ ਧਿਆਨ ਨਾਲ ਬਾਣੀ ਨੂੰ ਪੁੱਛੀ ਗੁਰੂ ਨਾਨਕ ਕੌਣ ਹੈ। ਭਾਈ ਗੁਰਦਾਸ ਕਹਿੰਦੇ ਜਗ ਅੰਦਰ ਕੁਦਰਤ ਵਰਤਾਈ, ਬਾਣੀ ਕਹਿੰਦੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਸਮੁੱਚੀ ਅਜ਼ਮਤ ਲੈ ਕੇ ਪ੍ਰਮਾਤਮਾ ਦੁਨੀਆ ਤੇ ਆਇਆ ਹੈ। ਉਹ ਸਾਡੇ ਵਰਗਾ ਨਹੀਂ, ਸਾਡੇ ਵਰਗੇ ਨਾਚੀਜ਼ ਤੇ ਕਰੋੜਾਂ ਵੀ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ ਦੇ ਇੱਕ ਕਿਣਕੇ ਦੇ ਬਰਾਬਰ ਨਹੀਂ ਹੋ ਸਕਦੇ। ਨਾਲੇ ਬਾਣੀ ਕਹਿੰਦੀ ਹੈ ਗੁਰੂ ਨਾਨਕ ਕਲਾ ਦਾ ਮਾਲਕ ਹੈ, ਕਰਾਮਾਤ ਦਾ ਮਾਲਕ ਹੈ। ਉਹਦੇ ਲਈ ਰੀਠੇ ਮਿੱਠੇ ਕਰਨੇ ਕਿਤੇ ਔਖੇ ਨੇ, ਉਹਦੇ ਲਈ ਕਿਤੇ ਪਹਾੜ ਡੱਖਣੇ ਔਖੇ ਨੇ, ਉਹਦੇ ਲਈ ਕਦੇ ਝਰਨੇ ਮਗਾਉਣੇ ਔਖੇ ਨੇ। ਬਾਣੀ ਕਹਿੰਦੀ ਹੈ ਗੁਰੂ ਜੋ ਚਾਹੇ ਕਰ ਸਕਦਾ ਹੈ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਜੋ ਚਾਹੇ ਕਰ ਸਕਦਾ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਨਾ ਆ ਰਾਵਲਪਿੰਡੀ ਤੋਂ ਤਕਰੀਬਨ 48-50 ਕਿਲੋਮੀਟਰ ਇੰਨਾ ਕੀ ਪੈਂਦਾ ਹੈ ਹਸਨ ਅਬਦਾਲ ਦਾ। ਉੱਥੇ ਗੁਰਦੁਆਰਾ ਪੰਜਾ ਸਾਹਿਬ ਹੈ, ਉੱਥੇ ਕੁਦਰਤ ਵਰਤਾਈ। ਧਿਆਨ ਦਿਓ, ਉਗਵਣ ਤੇ ਆਥਮਣੋ ਨੌਖੰਡ ਪ੍ਰਥਮੀ ਸਵਾ ਝੁਕਾਈ, ਸਾਰੇ ਝੁਕੇ ਨੇ ਉਹਦੇ ਤੋਂ ਅਸਤ ਤੱਕ। ਮਹਾਰਾਜ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ, ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਉਦਾਸੀਆਂ ਤੇ ਨਿਕਲੇ, ਯਾਤਰਾਵਾਂ ਤੇ ਨਿਕਲੇ। ਹੁਣ ਬੜੇ ਬੜੇ ਜਿਹੜੇ ਮਹਾਪੁਰਸ਼ ਅਖਵਾਉਂਦੇ ਸਨ ਇਸਲਾਮ ਵਿੱਚ ਜਾਂ ਹਿੰਦੂਇਜ਼ਮ ਵਿੱਚ, ਚਾਹੇ ਉਹ ਸਿੱਧ ਨੇ ਹਿੰਦੂਇਜ਼ਮ ਵਿੱਚ, ਚਾਹੇ ਉਹ ਬੜੇ ਬੜੇ ਸੈਯਦ ਨੇ, ਸ਼ੇਖ ਨੇ ਇਸਲਾਮ ਜਗਤ ਵਿੱਚ, ਗੁਰੂ ਨਾਨਕ ਸਾਹਿਬ ਸਿੱਧਾ ਜੜ ਨੂੰ ਹੱਥ ਪਾਉਂਦੇ ਸਨ। ਕਿਉਂਕਿ ਆਮ ਲੋਕਾਈ ਦੀ ਆਬਾਦੀ ਇੰਨੀ ਹੈ, ਕੱਲੇ ਕੱਲੇ ਨੂੰ ਸਮਝਾਓਗੇ ਤੇ ਬੜਾ ਸਮਾਂ ਚਾਹੀਦਾ ਹੈ। ਕਿਸੇ ਆਗੂ ਨੂੰ ਸਿੱਧੇ ਰਸਤੇ ਪਾਓਗੇ, ਉਹਦੀ ਫੋਲੋਇੰਗ ਬੜੀ ਹੁੰਦੀ ਹੈ, ਆਗੂ ਦੇ ਪਿੱਛੇ ਬੜੇ ਲੋਕ ਚੱਲ ਪੈਣਗੇ। ਤਾਂ ਹੀ ਪੁਰਾਣੇ ਮਹਾਪੁਰਸ਼ ਜਦੋਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਸੀ, ਕਿਸੇ ਰਾਜੇ ਤੇ ਪ੍ਰਭਾਵ ਪਾਉਂਦੇ ਸੀ, ਉਹ ਸਾਰੀ ਪ੍ਰਜਾ ਹੀ ਨਾਲ ਚੱਲ ਪੈਂਦੀ ਸੀ। ਮਹਾਰਾਜ ਹਸਨ ਅਬਦਾਲ ਕਿਉਂ ਜਾਂਦੇ ਨੇ, ਕਾਬੇ ਕਿਉਂ ਜਾਂਦੇ ਨੇ, ਹਰਿਦੁਆਰ ਕਿਉਂ ਜਾਂਦੇ ਨੇ? ਕਿਉਂਕਿ ਉੱਥੇ ਬੜੇ ਬੜੇ ਐਸੇ ਮਹਾਪੁਰਸ਼ ਨੇ ਜਿਨ੍ਹਾਂ ਦੀ ਫੋਲੋਇੰਗ ਬੜੀ ਹੈ, ਜਿਨ੍ਹਾਂ ਦੇ ਪਿੱਛੇ ਲੋਕ ਬੜੇ ਨੇ, ਤੇ ਮਹਾਰਾਜ ਆਗੂ ਨੂੰ ਪਕੜ ਲੈਂਦੇ ਨੇ, ਸਿੱਧੇ ਰਸਤੇ ਤੋਰ ਦਿੰਦੇ ਨੇ, ਤੇ ਲੋਕਾਈ ਪਿੱਛੇ ਹੀ ਚੱਲ ਪੈਂਦੀ ਹੈ। ਕਹਿੰਦੇ ਸਿੰਧ ਮਹਾ ਨਦ ਕੇ ਉਰੇ 25 ਕੋਸ ਪਰ ਥਾਨ, 25 ਕੋਸ ਪਰ ਥਾਨ, ਗਿਰ ਉੱਚੋ ਕੋਸ਼ਕ ਤਹਾਂ ਦੇਖਿਓ ਕਿਰਪਾ ਨਿਧਾਨ। ਉੱਥੇ ਮਹਾਰਾਜ ਨੇ ਇੱਕ ਉੱਚਾ ਪਹਾੜ ਵੇਖਿਆ, ਪਹਾੜ ਦੇ ਕਦਮਾਂ ਤਲੇ ਜਾ ਕੇ ਬਹਿ ਗਏ। ਹਸਨ ਅਬਦਾਲ ਦਾ ਇਲਾਕਾ ਹੈ। ਮਨਮੁਖਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਮਹਾਰਾਜ ਉੱਥੇ ਪਹੁੰਚ ਗਏ ਨੇ। ਇੱਕ ਰੁੱਖ ਸੀ ਪਹਾੜੀ ਦੇ ਥੱਲੇ, ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ ਨੇ, ਤੇ ਬੈਠਦਿਆਂ ਹੀ ਨਿਰਗੁਣ ਦੀ ਯਾਦ ਵਿੱਚ ਕਹਿੰਦੇ ਭਾਈ ਮਰਦਾਨਿਆ ਰਬਾਬ ਵਜਾ। ਬਾਣੀ ਆਈ ਹੈ, ਆਉਂਦੀ ਹੈ ਨਾ ਬਾਣੀ, ਸਿੱਖੀ ਨਹੀਂ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ। ਕਈ ਕਾਵ ਰਚਨਾ ਸਿੱਖਦੇ ਨੇ, ਪਿੰਗਲ ਪੜ੍ਹ ਲੈਂਦੇ ਨੇ। ਕਿਉਂ? ਸਿੱਖਣਾ ਅਧੂਰੇ ਨੂੰ ਪੈਂਦਾ ਹੈ। ਗੁਰੂ ਨਾਨਕ ਪੂਰਾ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਨੂੰ ਸਿੱਖਣਾ ਨਹੀਂ ਪੈਂਦਾ, ਉਹ ਸਾਰੇ ਇਲਮਾਂ ਦਾ ਮਾਲਕ ਹੈ। ਸਾਰੇ ਇਲਮ ਉਹ ਪ੍ਰਗਟ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਦੇ ਗੁਰੂ ਨਾਨਕ ਸਾਹਿਬ ਸਰਗੁਣ ਸਰੂਪ ਨੇ।
ਕਹਿੰਦੇ ਬਾਣੀ ਆਈ ਹੈ। ਭਾਈ ਮਰਦਾਨੇ ਨੇ ਰਬਾਬ ਛੇੜੀ ਹੈ ਤੇ ਜਦੋਂ ਕੀਰਤੀ ਗਾਈ ਅਕਾਲ ਪੁਰਖ ਦੀ ਰੌਣਕਾਂ ਲੱਗ ਗਈਆਂ। ਇਲਾਕੇ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਸ਼ਰਨ ਵਿੱਚ ਆ ਕੇ ਪਰਮਾਤਮਾ ਦੀ ਕੀਰਤੀ ਸੁਣਨ ਲੱਗ ਪਏ। ਬੜੀਆਂ ਰੌਣਕਾਂ ਵੱਧ ਗਈਆਂ, ਜਿਵੇਂ ਰੌਣਕ ਲੱਗਦੀ ਹੈ ਗੁਰੂ ਦੇ ਦਰ ਤੇ ਰੌਣਕਾਂ ਲੱਗੀਆਂ। ਉਹ ਪਹਾੜੀ ਦੇ ਉੱਤੇ ਇੱਕ ਮਹਾਪੁਰਸ਼ ਰਹਿੰਦਾ ਸੀ, ਹਜ਼ਰਤ ਵਲੀ ਕੰਧਾਰੀ। ਉਹ ਪਹਾੜੀ ਤੇ ਰਹਿੰਦਾ ਹੈ। ਅੱਛਾ, ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਕਰਾਮਾਤੀ ਸੀ। ਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਹੋਣ ਦੇ ਨਾਤੇ ਪ੍ਰਭਾਵ ਸੀ ਇਲਾਕੇ ਵਿੱਚ। ਲੋਕ ਉਹਦਾ ਭੈ ਮੰਨਦੇ ਸੀ, ਉਹਦੇ ਦਰ ਤੇ ਆਇਆ ਕਰਦੇ ਸਨ। ਬੜੀ ਭੀੜ ਰਹਿੰਦੀ ਸੀ ਉਹਦੇ ਦਰ ਦੇ ਉੱਤੇ। ਹੁਣ ਜਿਹੜੀ ਉੱਚੀ ਪਹਾੜੀ ਤੇ ਵਲੀ ਕੰਧਾਰੀ ਵਾਸ ਕਰਦਾ ਹੈ ਨਾ, ਉਸ ਪਹਾੜੀ ਤੇ ਛੋਟਾ ਇੱਕ ਸਰੋਵਰ ਸੀ, ਜਿੱਥੋਂ ਝਰਨਾ ਵਾਕੇ ਸੀਤਲ ਜਲ ਦਾ ਥੱਲੇ ਆਉਂਦਾ ਸੀ ਤੇ ਪਿੰਡ ਵਾਲੇ ਲੋਕ ਜਲ ਛਕਦੇ ਸਨ। ਝੀਲ ਸੀ ਛੋਟੀ। ਖੈਰ, ਕੁਝ ਦਿਨਾਂ ਤੋਂ ਵਲੀ ਕੰਧਾਰੀ ਕੀ ਵੇਂਦਾ ਹੈ ਵੀ ਰੌਣਕਾਂ ਘਟ ਗਈਆਂ ਨੇ, ਤੇ ਜਦੋਂ ਥੱਲੇ ਵੇਖਿਆ ਰੌਣਕ ਬੜੀ ਹੈ, ਈਰਖਾ ਅੰਦਰ ਪੈਦਾ ਹੋਈ। ਅਹੰਕਾਰ ਨੇ ਚੋਟ ਕੀਤੀ ਵੀ ਇਹ ਕੌਣ ਹੋਇਆ, ਮੇਰੇ ਦਰ ਤੇ ਰੌਣਕ ਹੀ ਘਟ ਗਈ ਇਹਦੇ ਆਉਂਦਿਆਂ। ਹੰਕਾਰ ਵਿੱਚ ਹਿਰਦੇ ਤੇ ਚੋਟ ਲੱਗੀ। ਆਸ-ਪਾਸ ਦੇ ਲੋਕ ਝਰਨੇ ਤੋਂ ਜਲ ਛਕਣ ਆਉਂਦੇ ਸਨ। ਜਦੋਂ ਵਲੀ ਕੰਧਾਰੀ ਦੇ ਦਰ ਤੇ ਰੌਣਕ ਘਟ ਗਈ ਤੇ ਉਹਨੇ ਚਟਾਨਾਂ ਕੱਟੀਆਂ ਕਰਕੇ ਪੱਥਰ ਪੁੱਥਰ ਜੇ ਰੱਖ ਕੇ ਤੇ ਝਰਨਾ ਹੀ ਬੰਦ ਕਰ ਦਿੱਤਾ। ਜਦੋਂ ਝਰਨਾ ਬੰਦ ਕਰ ਦਿੱਤਾ ਤੇ ਲੋਕ ਭੈਭੀਤ ਹੋ ਗਏ ਵੀ ਹੁਣ ਪਿਆਸ ਕਿੱਥੋਂ ਬੁਝਾਵਾਂਗੇ, ਹੁਣ ਪਿਆਸ ਕਿਵੇਂ ਬੁਝੇਗੀ। ਤਿਲਮਿਲਾ ਉੱਠਿਆ ਸੀ ਵਲੀ ਕੰਧਾਰੀ ਈਰਖਾ ਦੇ ਵਿੱਚ ਵੀ ਗੁਰੂ ਨਾਨਕ ਦੇ ਇਸ ਸੰਤ ਦੇ ਦਰ ਤੇ ਰੌਣਕਾਂ ਕਿਉਂ ਨੇ, ਇਸ ਸਾਧ ਦੇ ਦਰ ਤੇ ਰੌਣਕਾਂ ਕਿਉਂ ਨੇ। ਈਰਖਾ ਵਿੱਚ ਉਹ ਝਰਨੇ ਦਾ ਜਲ ਰੋਕ ਦਿੱਤਾ। ਇਹ ਵਿਉਂਤ ਘੜੀ ਉਸਨੇ ਵੀ ਲੋਕ ਫਿਰ ਆ ਕੇ ਮੇਰੇ ਤਰਲੇ ਲੈਣਗੇ, ਫਿਰ ਰੌਣਕ ਲੱਗੇਗੀ। ਜਦੋਂ ਪਹਾੜੀ ਤੋਂ ਝਰਨਾ ਰੋਕ ਦਿੱਤਾ, ਪਿਆਸ ਨਾਲ ਲੋਕ ਬੇਹਬਲ ਹੋ ਗਏ ਤੇ ਪਹਾੜੀ ਵੱਲ ਨੂੰ ਜਾਣ ਲੱਗ ਪਏ। ਉਹ ਜਾਣਦਾ ਸੀ ਖੁਦ ਲੋਕ ਮੇਰੇ ਵੱਲ ਆਉਣਗੇ ਜਦੋਂ ਪਿਆਸੇ ਮਰਨਗੇ। ਉਹ ਲੋਕ ਗਏ। ਬਾਬਾ ਜੀ ਝਰਨਾ ਬੰਦ ਹੋ ਗਿਆ ਤੇ ਵਲੀ ਕੰਧਾਰੀ ਕਹਿੰਦਾ ਤੇ ਇੱਥੇ ਕੀ ਲੈਣ ਆਏ ਵੀ ਤੁਹਾਡੇ ਇਹ ਪੱਥਰ ਰੱਖਿਆ, ਝਰਨਾ ਬੰਦ ਹੋਇਆ ਹੈ, ਤੁਸੀਂ ਝਰਨਾ ਖੋਲ ਦਿਓ, ਜਲ ਚੱਲ ਪਵੇ, ਰੋਕ ਹਟਾ ਦਿਓ, ਜਲ ਵਹਿ ਤੁਰੇ। ਤੇ ਕਹਿੰਦੇ ਜਿਹੜਾ ਉਹ ਥੱਲੇ ਬੈਠਾ, ਜਿਹਦੇ ਗੋਡਿਆਂ ਨਾਲ ਜੁੜ ਕੇ ਬੈਠੇ ਜੇ, ਉਹਦੇ 'ਚ ਤਾਕਤ ਹੈ ਨਹੀਂ ਝਰਨਾ ਵਗਾਉਣ ਦੀ। ਮੇਰੇ ਤੇ ਕੋਲ ਆਉਣੋਂ ਜਾਣੋਂ ਹੀ ਹਟ ਗਏ ਹੋ, ਅੱਜ ਲੋੜ ਪਈ ਹੈ ਤੇ ਆਏ ਹੋ। ਜਿਹਦੇ ਦਰ ਤੇ ਬੈਠੇ ਰਹਿੰਦੇ ਹੋ, ਜੇ ਏਡਾ ਅਸਮਤੀ ਹੈ, ਇੰਨਾ ਤਾਕਤ ਵਾਲਾ ਹੈ ਵੀ ਉਹਦੇ ਦਰ ਤੇ ਰੌਣਕਾਂ ਲੱਗੀਆਂ ਹੋਈਆਂ ਨੇ, ਜੇ ਏਡਾ ਉਹ ਵਲੀ ਹੈ, ਏਡਾ ਵੱਡਾ ਉਹ ਮਹਾਪੁਰਸ਼ ਹੈ, ਤੇ ਉਹਦਾ ਜਾ ਕੇ ਤਰਲਾ ਲਓ ਤੁਹਾਡੇ ਲਈ ਕੋਈ ਝਰਨਾ ਪ੍ਰਗਟ ਕਰ ਦਵੇ। ਮੈਂ ਇਸ ਸ਼ਰਤ ਤੇ ਪਾਣੀ ਦਵਾਂਗਾ, ਉਸ ਸਾਧ ਨੂੰ ਧੱਕੇ ਮਾਰ ਕੇ ਤੋਂ ਬਾਹਰ ਕੱਢ ਦਿਓ ਇਲਾਕੇ ਚੋਂ, ਨਹੀਂ ਤੇ ਪਾਣੀ ਨਹੀਂ ਮਿਲੇਗਾ। ਜਿੱਦ ਤੇ ਅੜਿਆ ਹੈ, ਫਰਿਆਦ ਨਾ ਸੁਣੀ। ਬੜੇ ਤਰਲੇ ਲਏ ਲੋਕਾਂ ਨੇ, ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਇਕੱਠੇ ਹੋ ਕੇ। ਉਧਰ ਭਾਈ ਮਰਦਾਨਾ ਜੀ ਵੀ ਕਹਿੰਦੇ ਪਾਤਸ਼ਾਹ ਜਲ ਨਹੀਂ ਆ ਰਿਹਾ, ਹੁਣ ਪਿਆਸ ਲੱਗੀ ਹੈ। ਮਰਦਾਨੇ ਕੋ ਜਲ ਕੀ ਚਾਹੂ ਭਇਓ ਤ੍ਰਿਖਾ ਤੁਰ ਕਹਿ ਗੁਰ ਪਾਹੂ। ਮਹਾਰਾਜ ਨੂੰ ਕਹਿੰਦੇ ਪਿਆਸ ਲੱਗੀ ਹੈ ਭਾਈ ਮਰਦਾਨਾ ਜੀ। ਗੁਰੂ ਸਾਹਿਬ ਕਹਿੰਦੇ ਵੀ ਜਾਓ
ਵਲੀ ਕੰਧਾਰੀ ਨੂੰ ਜਾ ਕੇ ਬੇਨਤੀ ਕਰੋ ਵੀ ਇਸ ਤਰ੍ਹਾਂ ਨਾ ਕਰੇ, ਨਾਲੇ ਤੇ ਲੋਕ ਪਿਆਸੇ ਮਰ ਜਾਣਗੇ, ਨਾਲੇ ਭਾਈ ਮਰਦਾਨਾ ਜੀ ਤੁਹਾਨੂੰ ਵੀ ਪਿਆਸ ਲੱਗੀ ਹੈ, ਇਦਾਂ ਮਿਟੇਗੀ ਨਹੀਂ। ਭਾਈ ਮਰਦਾਨਾ ਜੀ ਵੀ ਚੱਲ ਪਏ। ਹੁਣ ਪਹਾੜੀ ਚੜ੍ਹਨੀ ਕਿਹੜੀ ਸੌਖੀ ਹੈ। ਪਹਾੜੀ ਪਾਤਸ਼ਾਹ ਚੜ੍ਹੇ, ਭਾਈ ਮਰਦਾਨਾ ਜੀ ਚੜ੍ਹੇ, ਜਾ ਕੇ ਵਲੀ ਕੰਧਾਰੀ ਅੱਗੇ ਬਾਬਾ ਮਰਦਾਨਾ ਜੀ ਮਹਾਰਾਜ ਨੇ ਤਰਲਾ ਲਿਆ ਵੀ ਸਾਈਂ ਜੀ ਜਲ ਛੱਡ ਦਿਓ, ਇਹ ਪਿਆਸੇ ਮਰ ਜਾਣਗੇ ਲੋਕ, ਤੇ ਪਿਆਸ ਮੈਨੂੰ ਵੀ ਬੜੀ ਲੱਗੀ ਹੈ। ਉਹ ਪੁੱਛਿਆ ਉਹਨੇ ਵਲੀ ਕੰਧਾਰੀ ਨੇ ਵੀ ਬਾਬਾ ਤੂੰ ਕੌਣ ਹੈ? ਮਰਦਾਨੇ ਸਭ ਕਹਿਓ ਬ੍ਰਿਤਾਂਤ, ਤਪਾ ਗੁਰੂ ਨਾਨਕ ਬਖਿਆਤ। ਮੈਂ ਕਹਿੰਦੇ ਉਹਦਾ ਸੇਵਕ ਆ, ਜਿਹੜਾ ਸੰਤ ਥੱਲੇ ਬੈਠਾ ਹੈ। ਉਹ ਕੌਣ ਹੈ? ਵਲੀ ਕੰਧਾਰੀ ਕਹਿੰਦੇ ਨਾਨਕ ਤਪਾ, ਗੁਰੂ ਨਾਨਕ ਜੀ ਮਹਾਰਾਜ। ਔਰ ਵਲੀ ਕੰਧਾਰੀ ਜੀ ਗੁਰੂ ਸਾਹਿਬ ਦਾ ਐਸਾ ਸੁਭਾਅ ਹੈ, ਉਹ ਹਿੰਦੂ ਮੁਸਲਮਾਨ ਹਰ ਇੱਕ ਨਾਲ ਪ੍ਰੇਮ ਕਰਦੇ ਨੇ। ਵੇਖੋ ਬਾਣੀ ਦਾ ਫਲਸਫਾ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਹੇ। ਗੁਰੂ ਸਾਹਿਬ ਹਰ ਇੱਕ ਨਾਲ ਪ੍ਰੇਮ ਕਰਦੇ ਨੇ। ਇਹ ਸਿੱਖੀਜ਼ਮ ਦਾ ਅਸੂਲ ਹੈ। ਵੈਸੇ ਇਨਸਾਨੀਅਤ ਹਰ ਇੱਕ ਨੂੰ ਇਹੀ ਸਿਖਾਉਂਦੀ ਹੈ, ਹਰ ਇੱਕ ਨਾਲ ਪ੍ਰੇਮ ਕਰਨਾ। ਅਰਬੀ ਫਾਰਸੀ ਉਰਦੂ ਦਾ ਮਹਾਨ ਵਿਦਵਾਨ ਹੋਇਆ ਅੱਲਾ ਯਾਰ ਖਾਨ। ਉਹਨੇ ਬੜਾ ਸੁੰਦਰ ਕਿਹਾ, ਕਹਿੰਦਾ ਜਬ ਤੱਕ तेरी नजरों में कोई गैर है बाकी, जब तक तेरी नजरों में कोई गैर है बाकी, जब जक ही तमीज़े हरमो दौर है बाकी, जब जक ही तमीज़े हरमो दौर है बाकी, दे शेख ओ ब्राह्मण, दे शेख और ब्राह्मण को जो कुछ बैर है बाकी, जो कुछ बैर है बाकी, कहते हैं गुरु शर है फना, खैर है बाकी। नेकी ही वो दौलत है, नेकी ही वो दौलत है, कभी छुट नहीं सकती। नेकी ही वो दौलत है, कभी छुट नहीं सकती। सरहंद तो लुट सकती है, यह कभी लुट नहीं सकती। नेकी नालों वड्डी कोई जायदाद नहीं, इंसानियत नालों वड्डी कोई जायदाद नहीं। ये जायदाद भी इदां दी कोई खो नहीं सकता। ये गुरु पातशाह ने सिखां नूं सिखाया है। ये नेकी ते है। कदे पुछया किसे ने भी आ लंगर दे विच हिंदू आया कि मुसलमान आया कि सिख आया? सब नूं लंगर छकाउंदे ने। कदे पुछया दरबार दे विच मन दी खुराक लैण हिंदू आया, सिख आया कि मुसलमान आया? कोई भी गुरु घर आ सकदा है। सिक्खी दा फलसफा है। पर वो जिहड़ा वली कंधारी सी ना, वो नेकी नहीं सी करनी जानदा। कुछ विदकरे बड़े सी। हुण भाई मरदाना अपने मुरशद की वडियाई कर रहा है। उन्हें पूछया वली कंधारी ने कौन है? कहंदे गुरु नानक तपा है, बड़ अजमती। कहंदे बड़ अजमती, पर है तिन पायन, पर है तिन पायन, तरै अगारी बृंद। वड्डे वड्डे करामाती मेरे गुरु नानक तपे अगे सिर झुकाउंदे ने, भेटा रखदे ने। बड़ी ताकत है उहदे विच। कहंदे तिन कै संग रबाबी मैं हों, सुंदर शब्द गावने कै हों। मैं उन्हां दे नाल रबाबी हां ते शब्द गाउणा है, रब दे गीत गाउणा हां। ते बड़ी कंधारी कहंदा भी अच्छा एडा करामाती है भी ओहदे अगे बड़े बड़े अजमती झुकदे ने। ते फिर गल सुना,
ਐ ਰਬਾਬੀਆ ਮੇਰੀ ਗੱਲ ਸੁਣ, ਫਿਰ ਮੇਰੇ ਤਰਲੇ ਕਿਉਂ ਕਰਦਾ ਹੈ? ਉਸ ਕਰਾਮਾਤੀ ਨੂੰ ਹੀ ਕਹਿ ਵੀ ਜਲ ਦਾ ਪ੍ਰਬੰਧ ਕਰ ਦਵੇ ਤੈਨੂੰ। ਜਾ ਕੇ ਉਸ ਨੂੰ ਕਹਿ ਤੂੰ। ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਹੋਰ ਈਰਖਾ ਵਿੱਚ ਤਿਲਮਿਲਾ ਉੱਠਿਆ। ਵਲੀ ਕੰਧਾਰੀ ਕਹਿੰਦਾ ਅਗਰ ਗੁਰੂ ਨਾਨਕ ਤਪੇ ਦੇ ਵਿੱਚ ਅਜ਼ਮਤ ਹੈ ਤੇ ਪਾਣੀ ਦਾ ਪ੍ਰਬੰਧ ਆਪ ਹੀ ਕਰ ਲਵੇ, ਤੈਨੂੰ ਇੱਕ ਬੂੰਦ ਨਹੀਂ ਮਿਲਣੀ, ਜਿੱਧਰੋਂ ਆਇਆ ਚਲਿਆ ਜਾ। ਤੇ ਭਾਈ ਮਰਦਾਨਾ ਜੀ ਵਿਚਾਰੇ ਕੀ ਕਰਦੇ? ਜਦੋਂ ਐਸੇ ਬਚਨ ਸੁਣੇ, ਕਹੇ ਜੋ ਤਪਾ ਅਜ਼ਮਤੀ ਐਸੇ ਕਿਉਂ ਨਾ ਮੰਗਵਾਵੇ ਜਲ ਜਹ ਬੈਸੇ। ਏਡਾ ਅਜ਼ਮਤੀ ਹੈ ਗੁਰੂ ਨਾਨਕ ਤਪਾ, ਜਿੱਥੇ ਬੈਠਾ ਹੈ ਉੱਥੇ ਹੀ ਜਲ ਪ੍ਰਗਟ ਕਰ ਲਵੇ। ਜਾ ਕੇ ਉਸਦੇ ਕੋਲੋਂ ਪਾਣੀ ਮੰਗਦੇ। ਭਾਈ ਮਰਦਾਨਾ ਜੀ ਨੂੰ ਮੋੜ ਦਿੱਤਾ, ਵਿਚਾਰੇ ਚੱਲ ਪਏ। ਪਹਾੜੀ ਉਤਰੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਏ। ਕਹਿੰਦੇ ਪਾਤਸ਼ਾਹ ਗੱਲ ਨਹੀਂ ਬਣੀ, ਨਹੀਂ ਮੰਨਿਆ। ਉਹ ਜਿੱਦ ਤੇ ਅੜਿਆ। ਲੋਕ ਧਿਆਏ ਮਰ ਜਾਣਗੇ। ਤੇ ਗੁਰੂ ਨਾਨਕ ਸਾਹਿਬ ਆਖਣ ਲੱਗੇ, ਭਾਈ ਮਰਦਾਨਾ ਜੀ ਸਾਰੀ ਵਾਰਤਾ ਸੁਣ ਕੇ ਕਹਿੰਦੇ ਇਹਨੂੰ ਅਹੰਕਾਰ ਦਾ ਰੋਗ ਲੱਗਾ ਹੈ। ਇਹਦਾ ਇਹੀ ਰੋਗ ਕੱਟਣ ਦੇ ਲਈ ਆਪਾਂ ਹਸਨ ਅਬਦਾਲ ਆਏ ਆ। ਇਹਨੂੰ ਰੋਗ ਲੱਗਾ ਹੈ ਹੰਕਾਰ ਦਾ, ਰੋਗ ਮਿਟਾਉਣ ਆਪਾਂ ਆਏ ਆ। ਵੇਖੋ ਗੁਰੂ ਦੀ ਇਹ ਪਹੁੰਚ ਹੈ, ਗੁਰੂ ਦੀ ਇਹ ਪਹੁੰਚ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਉਹ ਹਰ ਪ੍ਰਕਾਰ ਦੇ ਰੋਗ ਕੱਟਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਵਿਕਾਰਾਂ ਨੂੰ ਕੱਟ ਕੇ ਸੁੱਟ ਦਿੰਦਾ ਹੈ। ਯਾਦ ਰੱਖਿਓ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਹਰੀ ਦੇ ਨਾਮ ਦੀ ਦਵਾਈ ਦਿੰਦਾ ਹੈ। ਫਿਰ ਕਹਿੰਦੇ ਮਹਾਰਾਜ ਚੱਲ ਭਾਈ ਮਰਦਾਨਿਆ ਇੱਕ ਵਾਰ ਫਿਰ ਜਾ। ਤੈਨੂੰ ਭਾਈ ਮਰਦਾਨਾ ਜੀ ਫਿਰ ਪਾਤਸ਼ਾਹ ਦਾ ਹੁਕਮ ਸੀ, ਤੁਰ ਤੇ ਪਏ। ਕੀ ਕਰਨ, ਪਹਾੜੀ ਚੜ੍ਹਨੀ ਕਿਹੜੀ ਸੌਖੀ ਹੈ। ਫਿਰ ਪਹਾੜੀ ਚੜ੍ਹ ਕੇ ਵਲੀ ਕੰਧਾਰੀ ਦੇ ਕੋਲ ਪਹੁੰਚੇ। ਜਦੋਂ ਦੂਸਰੀ ਵਾਰ ਵਲੀ ਕੰਧਾਰੀ ਕੋਲ ਗਏ, ਭਾਈ ਮਰਦਾਨਾ ਜੀ ਫਿਰ ਉਹੀ ਜਵਾਬ ਮਿਲਿਆ ਵੀ ਜੇ ਤੇਰਾ ਬਾਬਾ ਨਾਨਕ ਤਪਾ ਅਜ਼ਮਤੀ ਹੈ ਤੇ ਜਲ ਦਾ ਪ੍ਰਬੰਧ ਉਹ ਕਰੇ, ਮੇਰੇ ਕੋਲ ਵਾਰ-ਵਾਰ ਨਾ। ਤੇ ਗੁਰੂ ਨਾਨਕ ਸਾਹਿਬ ਦਿਲ ਦੀਆਂ ਗੁੰਝਲਾਂ ਨੂੰ ਖੋਲਣ ਵਾਲੇ ਨੇ। ਤੁਸੀਂ ਰੋਜ਼ ਪੜ੍ਹਦੇ ਹੋ, ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਸਭ ਜਾਣਦਾ ਹੈ। ਮਹਾਰਾਜ ਜਾਣਦੇ ਨੇ ਹੰਕਾਰੀ ਹੈ, ਸਾਡੇ ਨਾਲ ਈਰਖਾ ਕਰਦਾ ਹੈ। ਇਹਦਾ ਹੰਕਾਰ ਦਾ ਜਿਹੜਾ ਰੋਗ ਹੈ ਤੋੜਨਾ ਪਵੇਗਾ, ਨਹੀਂ ਤੇ ਇਲਾਕੇ ਦੇ ਲੋਕ ਪਿਆਸੇ ਮਰ ਜਾਣਗੇ। ਦੀਨ ਦੁਨੀਆ ਦੇ ਮਾਲਕ, ਉਹ ਅਜ਼ਮਤਾਂ ਦੇ ਮਾਲਕ, ਉਹ ਰੋਗ ਕੱਟਣ ਵਾਲੇ, ਉਹ ਸੋਗ ਮਿਟਾਉਣ ਵਾਲੇ, ਤਨ ਦੇ ਰੋਗਾਂ ਨੂੰ, ਮਨ ਦੇ ਸੋਗਾਂ ਨੂੰ ਖਤਮ ਕਰਨ ਵਾਲੇ ਗੁਰੂ ਨਾਨਕ ਨਿਰੰਕਾਰੀ ਨੇ, ਅੰਤਰਜਾਮੀ ਪਾਤਸ਼ਾਹ ਨੇ ਜਾਣਿਆ ਵੀ ਇਹ ਇਸ ਤਰ੍ਹਾਂ ਰੁਕ ਨਹੀਂ ਆਵੇਗਾ, ਇਹਨੂੰ ਅਜ਼ਮਤ ਵਿਖਾਉਣੀ ਪਵੇਗੀ। ਕਿਉਂਕਿ ਉਹਨੂੰ ਮਾਣ ਬੜਾ ਵੀ ਮੈਂ ਕਰਾਮਾਤੀ ਹਾਂ। ਹੁਣ ਉਹਦੇ ਨਾਲੋਂ ਵੱਡੀ ਕਰਾਮਾਤ ਹੋਵੇਗੀ ਤੇ ਫੇਰ ਹੀ ਝੁਕੇਗਾ। ਹੁਣ ਜੇ ਮੰਨ ਲਓ ਵਲੀ ਕੰਧਾਰੀ ਨੂੰ ਮਹਾਰਾਜ ਪਹਾੜੀ ਤੇ ਜਾ ਕੇ ਕਹਿਣ ਚੱਲ ਮੈਂ ਤੈਨੂੰ ਜਪਜੀ ਸਾਹਿਬ ਸੁਣਾਉਣਾ ਹੈ, ਉਹ ਭਾਈ ਮਰਦਾਨੇ ਦੀ ਕੋਈ ਗੱਲ ਨਹੀਂ ਸੁਣਦਾ। ਗੁਰੂ ਨਾਨਕ ਸਾਹਿਬ ਦੀ ਵੀ ਗੱਲ ਉਹਨੇ ਕੋਈ ਨਹੀਂ ਸੁਣਨੀ, ਕਿਉਂਕਿ ਉਹ ਹੰਕਾਰ ਨੇ ਉਹਦੀ ਬੁੱਧੀ ਤੇ ਪਰਦਾ ਐਸਾ ਪਾਇਆ ਹੈ। ਉਹਨੂੰ ਇਹ ਹੈ ਵੀ ਮੇਰੇ ਵਰਗਾ ਅਜ਼ਮਤੀ ਇਹ ਬਾਬਾ ਨਾਨਕ ਨਹੀਂ ਹੈ। ਪਹਿਲਾਂ ਕਰਾਮਾਤ ਵਿਖਾ ਕੇ ਉਹਦਾ ਹੰਕਾਰ ਤੋੜਨਾ ਪਵੇਗਾ ਵੀ ਇੱਥੇ ਤੇਰੇ ਨਾਲੋਂ ਵੱਡੇ ਵੀ ਬੈਠੇ ਨੇ ਦੁਨੀਆ ਤੇ ਜਦੋਂ ਹੰਕਾਰ ਟੁੱਟੇਗਾ ਫਿਰ ਕਿਤੇ ਵਲੀ ਕੰਧਾਰੀ ਹੱਥ ਜੋੜੇਗਾ ਵੀ ਬਾਬਾ ਹੁਣ ਉਪਦੇਸ਼ ਦੇ। ਜਿਹੜੇ ਕਹਿੰਦੇ ਕਰਾਮਾਤ ਹੈ ਨਹੀਂ ਹੈ, ਉਹੀ ਗੱਲ ਹੈ ਸੁਰਤੀ ਕੁਝੇ ਵਰਗੀ ਹੈ। ਗੁਰੂ ਨਾਨਕ ਸਮੁੰਦਰ ਹੈ, ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈ। ਕਰਾਮਾਤ ਹੈ ਨਹੀਂ ਗੁਰੂ ਵਿੱਚ। ਮੈਂ ਫਿਰ ਦੁਹਰਾ ਦਵਾਂ, ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਰਿੱਧੀਆਂ ਸਿੱਧੀਆਂ ਕਰਾਮਾਤਾਂ ਉਹਨਾਂ ਕੋਲ ਨੇ ਜਿਨ੍ਹਾਂ ਕੋਲ ਨਾਮ ਹੈ। ਬਾਣੀ ਤਾਂ ਕਹਿੰਦੀ ਹੈ ਨਾ, ਇਹ ਪਤਾ ਨਹੀਂ ਕਿਉਂ ਕੁਫਰ ਤੋਲੀ ਜਾਂਦੇ। ਮਹਾਰਾਜ ਦੀ ਗੋਚ ਬਹਿ ਕੇ ਆਖਣਗੇ ਕਰਾਮਾਤ ਹੈ ਨਹੀਂ। ਆਖੇ
ਜੇ ਕਰਾਮਾਤ ਨਾ ਹੁੰਦੀ ਤੇ ਬਲੀ ਕੰਧਾਰੀ ਪਹਾੜੀ ਤੋਂ ਚੱਲ ਕੇ ਕਦਮ ਬੋਸੀ ਨਾ ਕਰਦਾ ਗੁਰੂ ਨਾਨਕ ਦੀ। ਉਹਨੂੰ ਲੋੜ ਨਹੀਂ ਹੈ ਜਪਜੀ ਸਾਹਿਬ ਦੀ, ਉਹ ਇਸਲਾਮ ਜਗਤ ਵਿੱਚੋਂ ਹੈ। ਉਹਦੇ ਕੋਲ 5 ਵਕਤ ਦੀਆਂ ਨਮਾਜ਼ਾਂ ਪਈਆਂ ਨੇ, ਆਪਣੀ ਕਲਾਮ ਹੈ ਉਹਦੇ ਕੋਲ। ਖਿਆਲ ਕਰਿਓ, ਹਰ ਕੋਈ ਆਪਣੇ ਮਜ਼ਹਬ ਨੂੰ, ਆਪਣੀ ਕਲਾਮ ਨੂੰ ਸੁੱਚਾ ਸਮਝਦਾ ਹੈ। ਜਦੋਂ ਗੁਰੂ ਨਾਨਕ ਦੀ ਅਜ਼ਮਤ ਵੇਖੇਗਾ ਨਾ, ਫਿਰ ਹੋਸ਼ ਆਵੇਗੀ ਵੀ ਨਹੀਂ, ਜੇ ਮੈਂ ਕਲਾਮ ਪੜ੍ਹਾਂ, ਮੇਰੇ ਕੋਲ ਇੰਨੀ ਅਜ਼ਮਤ ਹੈ, ਇਹਦੇ ਕੋਲ ਮੇਰੇ ਨਾਲੋਂ ਵੱਧ ਕੇ ਕਰਾਮਾਤ ਹੈ, ਕਿਹੜੀ ਕਲਾਮ ਪੜ੍ਹਦਾ ਹੋਵੇਗਾ। ਫਿਰ ਤਰਲਾ ਲਵੇਗਾ, ਬਾਬਾ ਆਪਣੀ ਕਲਾਮ ਸੁਣਾ, ਮੈਨੂੰ ਗਿਆਨ ਦੇ, ਫਿਰ ਜਪਜੀ ਸਾਹਿਬ ਅਸਰ ਕਰੇਗਾ। ਪਹਿਲਾਂ ਨਹੀਂ, ਪਹਿਲਾਂ ਉਹਦੇ ਹੰਕਾਰ ਦਾ ਪਰਦਾ ਸੁਰਤੀ ਤੇ ਜਿਹੜਾ ਚੜਿਆ ਹੈ ਉਹ ਲਾਉਣਾ ਹੈ। ਸ੍ਰੀ ਨਾਨਕ ਸਭ ਅੰਤਰਜਾਮੀ, ਸਭ ਵਿਦ ਪੀਰ ਜਾਨ ਕੀ ਖਾਮੀ। ਅੰਦਰ ਦੀ ਜਾਣਨ ਵਾਲਿਆਂ ਨੇ ਪੀਰ ਦੀ ਖਾਮੀ ਨੂੰ ਸਮਝਿਆ ਹੈ। ਸਭ ਵਿਦ ਜਾਨ ਪੀਰ ਕੀ ਖਾਨੀ, ਸ੍ਰੀ ਨਾਨਕ ਸਭ ਅੰਤਰਜਾਮੀ। ਬਿਨ ਬੋਲਿਆ ਸਭ ਕਿਸ ਜਾਣਦਾ। ਹੁਤੀ ਲਸਟਕਾ ਹਾਥ ਮਝਾਰੀ, ਤਿਸ ਗਿਰ ਕੀ ਜਰ ਮਹਿ ਤਬ ਮਾਰੀ। ਹੱਥ 'ਚ ਸੋਟੀ ਸੀ ਬਾਦਸ਼ਾਹ ਦੇ। ਇਹ ਸਾਖੀ ਪਤਾ ਕੌਣ ਲਿਖ ਰਿਹਾ? ਸਿੱਖ ਜਗਤ ਦਾ ਔਰ ਸਮੁੱਚੀ ਕਾਇਨਾਤ ਅੰਦਰ ਸਭ ਤੋਂ ਵੱਡੀ ਇਤਿਹਾਸ ਦੀ ਰਚਨਾ, ਕਾਵ ਰਚਨਾ ਕਰਨ ਵਾਲਾ ਮਹਾਪੁਰਸ਼ ਕਵੀ ਸੰਤੋਖ ਸਿੰਘ। ਸ੍ਰੀ ਗੁਰ ਪ੍ਰਤਾਪ ਸੂਰਜ, ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਣ ਵਾਲਾ। ਮੈਂ ਤੁਹਾਨੂੰ ਚੇਤਾ ਕਰਵਾ ਦਵਾਂ, ਦੁਨੀਆ 'ਚ ਬੜੇ ਕਵੀ ਨੇ, ਬੜੇ ਗ੍ਰੰਥ ਨੇ, ਪਰ ਸਭ ਤੋਂ ਵੱਡਾ ਕਾਵ ਰਚਨਾ ਦਾ ਗ੍ਰੰਥ, ਇਤਿਹਾਸਕ ਗ੍ਰੰਥ ਅਗਰ ਕੋਈ ਦੁਨੀਆ ਤੇ ਹੈ ਤੇ ਉਹ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਹੈ। ਲਿਖਣ ਵਾਲਾ ਕਵੀ ਸੰਤੋਖ ਸਿੰਘ। ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਪੰਜਾਬੀ, ਗੁਰਮੁਖੀ, ਹਰ ਭਾਸ਼ਾ ਉਹਦੀ ਕਲਮ 'ਚੋਂ ਪ੍ਰਗਟ ਹੈ। ਉਹ ਲਿਖਦੇ ਨੇ, ਕਹਿੰਦੇ ਅੰਤਰਜਾਮੀ ਪਾਤਸ਼ਾਹ ਨੇ ਸਭ ਕੁਝ ਜਾਣਿਆ, ਹੱਥ ਵਿੱਚ ਸੋਟੀ ਫੜੀ ਸੀ ਇੱਕ। ਤੇ ਸਾਖੀਆਂ ਐਵੇਂ ਨਹੀਂ ਲਿਖੀਆਂ ਉਸ ਵੇਲੇ। ਜਿੱਥੋਂ ਜਿੱਥੋਂ ਮੈਟਰ ਮਿਲਦਾ ਗਿਆ ਗੁਰੂ ਸਾਹਿਬ ਬਾਬਤ, ਉੱਥੇ ਜਾ ਜਾ ਕੇ ਇਤਿਹਾਸਕ ਸਥਾਨਾਂ ਦੇ ਦਿਦਾਰੇ ਕਰ ਕਰਕੇ ਉਸਨੇ ਬ੍ਰਿਜ ਭਾਸ਼ਾ ਵਿੱਚ ਇਹ ਮਹਾਨ ਗ੍ਰੰਥ ਲਿਖਿਆ ਹੈ। ਘਰ ਬੈਠੇ ਹੀ ਨਹੀਂ ਲਿਖ ਦਿੱਤਾ। ਉਹ ਕਹਿੰਦੇ ਵੀ ਹੱਥ 'ਚ ਸੋਟੀ ਸੀ, ਤੇ ਉਹ ਜਿਹੜੀ ਹੱਥ ਦੇ ਵਿੱਚ ਸੋਟੀ ਸੀ, ਤਿਸ ਗਿਰ ਕੀ ਜਰ ਮਹਿ ਤਬ ਮਾਰੀ। ਹੁਤੀ ਲਸਟਕਾ ਹਾਥ ਮਝਾਰੀ। ਉਹ ਹੱਥ ਵਿੱਚ ਫੜੀ ਸੋਟੀ ਮਹਾਰਾਜ ਨੇ ਪਹਾੜੀ ਦੀ ਜੜ ਦੇ ਵਿੱਚ ਐ ਮਾਰੀ। ਤੇ ਕਵੀ ਜੀ ਕਹਿੰਦੇ ਨੇ, ਸੀਤਲ ਜਲ ਨਿਰਮਲ ਤਿਸ ਕਾਲਾ, ਨਿਕਸਤ ਬਹਿਓ ਪ੍ਰਵਾਹੋ ਵਿਸ਼ਾਲਾ। ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਾਲੀ ਲਸਟਕਾ ਜਦੋਂ ਚੋਟ ਕਰਦੀ ਹੈ ਪਹਾੜੀ ਦੇ ਥੱਲੇ, ਤੇ ਉਹ ਜਿਹੜਾ ਝਰਨਾ ਉੱਤੇ ਬੰਦ ਕੀਤਾ ਸੀ ਉਹ ਥੱਲਿਓਂ ਪ੍ਰਗਟ ਹੋ ਗਿਆ। ਜੇ ਆਪਾਂ ਬਾਣੀ ਨਾਲ ਸਿੱਧ ਕਰਾਂਗੇ ਤੇ ਇਤਿਹਾਸਕ ਸਥਾਨ ਪੰਜਾ ਸਾਹਿਬ ਤੇ ਹੈ ਹੀ ਆ, ਜਾ ਕੇ ਦਰਸ਼ਨ ਕਰ ਲਵੋ। ਅੱਜ ਵੀ ਝਰਨਾ ਪ੍ਰਗਟ ਵਗ ਰਿਹਾ ਹੈ, ਕਿਉਂਕਿ ਜੇ ਇੱਥੇ ਹੀ ਸਾਖੀ ਤੇ ਹੀ ਫਤਿਹ ਬੁਲਾ ਦਿੱਤੀ, ਬਾਣੀ ਦੀ ਪੰਕਤੀ ਨਾਲ ਨਾ ਲਈ, ਤੇ ਉਹ ਜਿਹੜੇ ਤਰਕਵਾਦੀ ਨੇ ਉਹਨਾਂ ਕਹਿਣਾ ਲੈ ਇਹ ਤੇ ਝੂਠੀਆਂ ਸਾਖੀਆਂ, ਗੁਰਬਾਣੀ ਦੀ ਕਸਵੱਟੀ ਤੇ ਸੁਣਾਓ ਜੀ। ਹਜੇ ਕਿ ਗੁਰਬਾਣੀ ਉਹਨਾਂ ਪੜ੍ਹੀ ਨਹੀਂ ਹੈ, ਆਉਂਦੀ ਨਹੀਂ ਹੈ। ਉਹ ਜੋ ਸਰਕਾਰਾਂ ਲਿਖ ਕੇ ਦੇ ਦਿੰਦੀਆਂ ਵੀ ਪੰਥ 'ਚ ਅੱਗ ਬਾਲ ਛੱਡੋ, ਉਹ ਅੱਗ ਲਾਊ ਜੰਤਰ ਨੇ, ਸਟੇਜ ਤੇ ਬਹਿ ਕੇ ਬੋਲ ਜਾਂਦੇ ਨੇ, ਤੇ ਅਸੀਂ ਆਖਣ ਲੱਗ ਪਏ ਨੇ ਆਹ ਆਹ ਗੱਲ ਠੀਕ ਕਰ ਗਿਆ। ਹੱਦ ਹੋ ਗਈ, ਤੁਹਾਡੇ ਇਤਿਹਾਸ ਨੂੰ, ਤੁਹਾਡੀ ਬਾਣੀ ਨੂੰ ਕੱਟ ਕੇ ਸੁੱਟ ਗਿਆ, ਰੱਦ ਕਰਕੇ ਸੁੱਟ ਗਿਆ, ਤੇ ਤੁਸੀਂ ਸਰੋਪੇ ਦਈ ਜਾਂਦੇ ਨੇ ਵੀ ਬੜਾ ਪ੍ਰਚਾਰ ਹੋ ਰਿਹਾ। ਇਹ ਕਹਿ ਦੇਣਾ ਵੀ ਗੁਰੂ ਨਾਨਕ ਸਾਹਿਬ ਇਹ ਨਹੀਂ ਕਰ ਸਕਦੇ, ਮਤਲਬ ਵੀ ਗੁਰੂ ਨਾਨਕ ਇੱਕ ਅਧੂਰਾ ਇਨਸਾਨ ਹੈ। ਤੁਹਾਡੇ ਗੁਰੂ ਨਾਨਕ ਨੂੰ ਆਪ ਨਾਰਾਇਣ ਕਲਾਧਾਰ ਨੂੰ ਇੱਕ ਮਾਮੂਲੀ ਬੰਦਾ ਸਾਬਤ ਕਰਤਾ, ਤੇ ਕੀਤਾ ਵੀ ਤੁਹਾਡੀ ਸਟੇਜ ਤੇ ਹੀ ਬਹਿ ਕੇ। ਤੇ ਤੁਸੀਂ ਤੇ ਬਾਹੋਂ ਫੜ ਕੇ ਪੁੱਛਣਾ ਸੀ ਵੀ ਬਾਬਾ ਆਪਦੇ ਵਰਗਾ ਸਮਝਿਆ ਹੀ ਗੁਰੂ ਨਾਨਕ ਨੂੰ। ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਤੇ ਤੁਸੀਂ ਉਲਟੇ ਸਰੋਪੇ ਪਾਈ ਜਾਂਦੇ ਨੇ ਵੀ ਪ੍ਰਚਾਰ ਬੜਾ ਕੀਤਾ ਨੇ। ਉਹ ਥੋੜਾ ਜਿਹਾ ਇਹਨੂੰ ਸੁਰਤੀ ਨੂੰ ਉੱਚੀ ਚੁੱਕੋ। ਤੁਹਾਡਾ ਸੰਗਤਾਂ ਦਾ ਦਿੱਤਾ ਖਾ ਕੇ, ਤੁਹਾਡੇ ਕੋਲੋਂ ਸਰੋਪੇ ਲੈ ਕੇ, ਤੁਹਾਡੀਆਂ ਭੇਟਾਵਾਂ ਨਾਲ ਗੱਡੀਆਂ ਕਾਰਾਂ ਕੋਠੀਆਂ ਮਹਿਲ ਬਣਾ ਕੇ
ਤੁਹਾਡੇ ਗੁਰੂ ਦੀ ਗੋਦ ਵਿੱਚ ਬਹਿ ਕੇ ਤੁਹਾਡੇ ਗੁਰੂ ਦੀ ਬਾਣੀ ਨੂੰ, ਇਤਿਹਾਸ ਨੂੰ ਕੱਟ ਕੇ ਅਗਲਾ ਹੋ ਗਿਆ ਜੇ ਤੁਸੀਂ ਜਕਾਰੇ ਛੱਡੀ ਜਾਓ ਬੈਠੇ। ਇਹ ਕਹਿ ਦੇਣਾ ਵੀ ਗੁਰੂ ਨਾਨਕ ਰੀਠੇ ਮਿੱਠੇ ਨਹੀਂ ਕਰ ਸਕਦਾ, ਪੰਜੇ ਦੇ ਨਾਲ ਪਹਾੜ ਨਹੀਂ ਡੱਕ ਸਕਦਾ, ਝਰਨਾ ਨਹੀਂ ਵਗਾ ਸਕਦਾ, ਮਤਲਬ ਸਾਫ਼ ਹੈ ਵੀ ਗੁਰੂ ਨਾਨਕ ਦੇ ਪੱਲੇ ਕੱਖ ਨਹੀਂ ਹੈ। ਸਿਰਫ ਸ਼ਬਦਾਵਲੀ ਤਰੀਕੇ ਨਾਲ ਵਰਤੀ, ਸਿੱਧਾ ਨਹੀਂ ਕਹਿ ਰਿਹਾ ਉਹ। ਕੋਈ ਵੀ ਹੈ, ਕੋਈ ਵੀ ਤਰਕਵਾਦੀ ਹੈ। ਆ ਬਾਣੀ ਤੋਂ ਪੁੱਛੀਏ ਵੀ ਜਿਹੜੀ ਲਸਟਕਾ ਮਾਰ ਕੇ ਪਹਾੜੀ ਦੇ ਥੱਲੇ ਜਿਹੜਾ ਉਹ ਝਰਨਾ ਪ੍ਰਗਟ ਕੀਤਾ ਹੈ ਗੁਰੂ ਨਾਨਕ ਨੇ, ਇਹ ਗੁਰੂ ਕਰ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਆਪਾਂ। ਉਹਨੂੰ ਕਿਉਂ ਪੁੱਛਣਾ ਹੈ? ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਗੁਰੂ ਗ੍ਰੰਥ ਸਾਹਿਬ ਰੱਬ ਦੇ ਬੋਲ ਨੇ, ਰੱਬ ਦੀ ਬਾਣੀ ਹੈ। ਤਿਸ ਜੇ ਵਡਿਆ ਵਰਨਾ ਕੋਈ। ਮੇਰੀ ਵਿਚਾਰਧਾਰਾ ਜਾਂ ਸਾਖੀਆਂ ਇਤਿਹਾਸ ਖੰਡਿਤ ਕਰਨ ਵਾਲੇ ਪ੍ਰਚਾਰਕ ਦੀ ਵਿਚਾਰਧਾਰਾ ਮਾਇਨੇ ਨਹੀਂ ਰੱਖਦੀ। ਸਭ ਤੋਂ ਵੱਡੀ ਵਿਚਾਰਧਾਰਾ, ਉੱਚੀ ਸੁੱਚੀ ਵਿਚਾਰਧਾਰਾ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆ ਵਰਨਾ ਕੋਈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਵੀ ਕੀ ਗੁਰੂ ਇਹ ਕਰ ਸਕਦਾ ਏ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ। ਗੁਰੂ ਸਮਰੱਥ ਹੈ। ਸਮਰੱਥ ਦਾ ਮਤਲਬ ਹੈ ਜੋ ਚਾਹੇ ਕਰ ਸਕਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਦਾ ਗੁਰੂ ਇਜ਼ ਆਲ ਪਾਵਰਫੁਲ, ਹੀ ਇਜ਼ ਇਨਫਿਨਿਟ, ਜੋ ਚਾਹੇ ਕਰ ਸਕਦਾ ਹੈ। ਇੰਗਲਿਸ਼ ਦੇ ਟੀਕਾਕਾਰਾਂ ਵੀ ਇਹੀ ਅਰਥ ਕੀਤੇ ਨੇ, ਗੁਰੂ ਜੋ ਚਾਹੇ ਕਰ ਸਕਦਾ ਹੈ। ਤੇ ਫਿਰ ਸਾਡੀ ਸਟੇਜ ਤੇ ਬਹਿ ਕੇ ਕੋਈ ਆਖੇ ਵੀ ਗੁਰੂ ਝਰਨਾ ਨਹੀਂ ਵਗਾ ਸਕਦਾ, ਇਹ ਕ੍ਰਿਤ ਘਣਤਾ ਨਹੀਂ ਤੇ ਹੋਰ ਕੀ ਆਖੋਗੇ ਇਹਨੂੰ? ਕਿਉਂਕਿ ਦਿੱਤਾ ਤੇ ਅਸੀਂ ਗੁਰੂ ਦਾ ਖਾਣੇ ਆ। ਪ੍ਰਚਾਰਕ ਸ਼੍ਰੇਣੀ ਸੰਗਤਾਂ ਆਪਾਂ ਸਾਰੇ ਗੁਰੂ ਦਾ ਹੀ ਖਾਣੇ ਆ ਨਾ। ਤੇ ਜਿਹੜੇ ਪਿਓ ਦਾ ਖਾਈਏ ਉਹਨੂੰ ਕਹਿ ਦਈਏ ਵੀ ਤੇਰੇ ਤੇ ਪੱਲੇ ਹੀ ਕੱਖ ਨਹੀਂ ਹੈ। ਇਦੋਂ ਵੱਡਾ ਕ੍ਰਿਤਕਣ ਬੰਦਾ ਦੁਨੀਆ ਤੇ ਜੇ ਹੋਵੇ ਤੇ ਮੈਨੂੰ ਲੱਭ ਕੇ ਵਿਖਾ ਦਿਓ। ਸਭ ਤੋਂ ਵੱਡਾ ਕ੍ਰਿਤਕਣ ਉਹ ਸਮਝਿਆ ਜਾਂਦਾ ਹੈ ਜਿਹਦਾ ਖਾਵੇ ਤੇ ਉਹਦੀ ਹੀ ਨਰਾਦਰੀ ਕਰੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਇੰਨਾ ਕੁ ਸਮਰੱਥ ਹੈ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਕੋਈ ਖੰਡਨ ਕਰੇ ਇਸ ਸਾਖੀ ਦਾ ਵੀ ਗੁਰੂ ਨਹੀਂ ਝਰਨੇ ਵਗਾ ਸਕਦਾ, ਨਹੀਂ ਰੀਠੇ ਮਿੱਠੇ ਕਰ ਸਕਦਾ, ਨਹੀਂ ਪਹਾੜਾਂ ਨੂੰ ਡੱਕ ਸਕਦਾ, ਤੇ ਆਪਾਂ ਸਿਰ ਝੁਕਾ ਦਾਂਗੇ। ਜਿੱਦਬਾਜ਼ੀ ਕਾਦੀ ਹੈ? ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਸਿੱਧ ਕਰ ਰਹੇ ਹਾਂ ਵੀ ਗੁਰੂ ਜੋ ਚਾਹੇ ਕਰ ਸਕਦਾ ਹੈ। ਉਹ ਜਦੋਂ ਝਰਨਾ ਵਗਿਆ ਥੱਲੇ ਤੇ ਜਿਹੜੀ ਝੀਲ ਸੀ ਨਾ ਪਹਾੜੀ ਦੇ ਉੱਤੇ, ਉਹ ਸਰੋਵਰ, ਉਹ ਝੀਲ ਜਦੋਂ ਗਈ ਸੁੱਕ, ਗੁੱਸੇ ਵਿੱਚ ਹੋਰ ਤਿਲ ਮਿਲਾ ਉੱਠਿਆ ਵਲੀ ਕੰਧਾਰੀ। ਤੇ ਗੁੱਸੇ ਦੇ ਵਿੱਚ ਜਿਨ੍ਹਾਂ ਚਟਾਨਾਂ ਦੇ ਨਾਲ ਝਰਨਾ ਰੁਕਿਆ ਸੀ ਨਾ, ਉਹ ਬੜੀਆਂ ਬੜੀਆਂ ਚਟਾਨਾਂ, ਅਜ਼ਮਤੀ ਸੀ, ਕਰਾਮਾਤੀ ਸੀ। ਚੇਲੇ ਬਾਲ ਕੇ ਵੀ ਨਾਲ ਹੋਣਗੇ। ਉਹ ਬੜੀਆਂ ਬੜੀਆਂ ਚਟਾਨਾਂ ਜਿਹੜੀਆਂ ਨੇ ਨਾ ਨਜ਼ਰ ਵਿੱਚ ਆਈਆਂ ਵੀ ਇਹ ਚਟਾਨ ਕੋਈ ਇਹਨਾਂ ਚੋਂ ਰੇੜਾਂ ਸੁੱਟਾਂ ਤੇ ਇਸ ਤਵੇ ਨੂੰ ਬਾਬੇ ਨਾਨਕ ਨੂੰ ਥੱਲੇ ਹੀ ਨੱਪ ਦਵਾਂ, ਇਹਦੀ ਕਬਰ ਇੱਥੇ ਹੀ ਬਣ ਜਾਵੇ। ਕਹਿੰਦੇ ਤਿਸ ਛਿਨ ਭਾਰੀ ਸਿਲਾ ਵਿਸਾਲਾ, ਅਜ਼ਮਤ ਤੇ ਪ੍ਰਹਾਰ ਤਿਸ ਕਾਲਾ। ਇੱਥੇ ਨਾਲ ਕਿਹਾ ਕਵੀ ਜੀ ਨੇ, ਏਡੀ ਵੱਡੀ ਉਹ ਸਿਲਾ ਚਟਾਨ ਬੰਦਾ ਰੇੜ ਨਹੀਂ ਸਕਦਾ, ਪਰ ਵਲੀ ਕੰਧਾਰੀ ਕੋਲ ਅਜ਼ਮਤ ਸੀ ਤੇ ਕਰਾਮਾਤ ਦੇ ਨਾਲ ਗੁਰੂ ਸਾਹਿਬ ਜਿੱਥੇ ਬੈਠੇ ਨੇ ਉਧਰ ਨੂੰ ਚਟਾਨ ਰੇੜ ਦਿੱਤੀ ਪਹਾੜੀ ਤੋਂ। ਕਵੀ ਜੀ ਕਹਿੰਦੇ ਰੇੜ ਦਿੱਤੀ। ਤੇ ਗੁਰੂ ਨਾਨਕ ਸਾਹਿਬ ਮੁਸਕਰਾਏ ਨੇ ਵੀ ਜੇ ਚਟਾਨ ਆ ਕੇ ਟਕਰਾ ਗਈ, ਆ ਜਿਹੜੀ ਸੰਗਤ ਬੈਠੀ ਹੈ, ਗੁਰੂ ਨਾਨਕ ਨੂੰ ਤੇ ਕਿਸੇ ਦਾ ਡਰ ਨਹੀਂ। ਇਹ ਜਿਹੜੀ ਸੰਗਤ ਬੈਠੀ ਹੈ, ਜਿਹੜੇ ਲੋਕ ਬੈਠੇ ਨੇ, ਇਹ ਨਗਰ ਨਿਵਾਸੀ ਜਿਹੜੇ ਨੇ, ਇਹਨਾਂ ਦਾ ਤੇ ਖੁਰਾ ਖੋਜ ਮਿਟ ਜਾਵੇਗਾ। ਤੇ ਗੁਰੂ ਨਾਨਕ ਦੇ ਹੁਕਮ 'ਚ ਸਭ ਕੁਝ ਹੈ। ਆਪਣਾ ਪਵਿੱਤਰ ਹਸਤ ਕਮਲ ਉਭਾਰਿਆ ਤੇ ਕਵੀ ਜੀ ਕਹਿੰਦੇ ਨੇ, ਸ੍ਰੀ ਗੁਰ ਨੇ ਤਬ ਹਾਥ ਪਸਾਰਾ, ਤਿਸ ਆਵਤ ਕੇ ਕੀਨ ਅਗਾਰਾ, ਹਾਥ ਬਜਰ ਸਮ ਧਸਿਓ ਮਝਾਰੀ। ਹਾਥ ਬਜਰ ਸਮ ਧਸਿਓ ਮਝਾਰੀ, ਰਹੀ ਅਟਕ ਲੱਖ ਵਲੀ ਕੰਧਾਰੀ। ਉਹ ਜਿਹੜੀ ਵੱਡੀ ਚਟਾਨ ਪਹਾੜੀ ਤੋਂ ਰੇੜੀ ਸੀ,
ਜਿਹੜੀ ਹਜ਼ਾਰਾਂ ਦਾ ਖੁਰਾ ਖੋਜ ਮਿਟਾ ਸਕਦੀ ਸੀ, ਬਲੀਆ ਮੇਟ ਕਰ ਸਕਦੀ ਸੀ, ਗੁਰੂ ਨਾਨਕ ਦਾ ਪਾਕ ਹਸਤ ਕਮਲ ਉੱਭਰਿਆ ਤੇ ਵਲੀ ਕੰਧਾਰੀ ਕੀ ਵੇਂਦਾ ਏ, ਉਸ ਚਟਾਨ ਦੇ ਵਿੱਚ ਹੱਥ ਇਉਂ ਧਸ ਗਿਆ ਗੁਰੂ ਨਾਨਕ ਸਾਹਿਬ ਦਾ ਜਿਵੇਂ ਮੱਖਣ 'ਚ ਛੁਰੀ ਧਸ ਜਾਂਦੀ ਹੈ। ਤੇ ਚਟਾਨ ਉਸ ਹਸਤ ਕਮਲ ਤੇ ਹੀ ਰੁਕ ਗਈ। ਤੇ ਅੱਜ ਵੀ ਦਿਦਾਰੇ ਕਰ ਲਵੋ, ਗੁਰੂ ਨਾਨਕ ਸਾਹਿਬ ਦਾ ਪਾਕ ਹਸਤ ਕਮਲ ਧਸਿਆ ਹੈ, ਉਸੇ ਤਰ੍ਹਾਂ ਨਿਸ਼ਾਨ ਤੁਹਾਨੂੰ ਦਿਖ ਜਾਵੇਗਾ। ਇਤਿਹਾਸਿਕ ਸਥਾਨ ਪ੍ਰਗਟ ਹੈ, ਉਹ ਝਰਨਾ ਉਸੇ ਤਰ੍ਹਾਂ ਵਗ ਰਿਹਾ ਹੈ। ਤੇ ਕੱਲ ਨੂੰ ਇਹ ਪਤਾ ਨਹੀਂ ਹੁੰਦਾ, ਕਿਉਂਕਿ ਬਾਣੀ ਕਹਿੰਦੀ ਹੈ ਇਹ ਜਿਤਨੀ ਵੀ ਰਚਨਾ ਹੈ ਇਹ ਸਦੀਵੀ ਨਹੀਂ ਹੈ, ਇਹ ਰਹਿਣ ਵਾਲਾ ਕੁਝ ਨਹੀਂ ਦੁਨੀਆ ਤੇ। ਮਹਾਪਰਲੋ ਆ ਜਾਵੇ, ਦੁਨੀਆ ਹੀ ਮਿਟ ਜਾਵੇ, ਜੋ ਉਪਜਿਓ ਸੋ ਬਿਨਸੈ, ਜੋ ਪ੍ਰਗਟ ਹੈ ਉਹ ਮਿੱਟੀ 'ਚ ਮਿਲ ਜਾਂਦਾ ਹੈ। ਹੁਣ ਆਪਣੇ ਕੋਲ ਸਾਰੇ ਇਤਿਹਾਸਿਕ ਸਥਾਨ ਅੱਜ ਥੋੜੀ ਮੌਜੂਦ ਨੇ, ਇਤਿਹਾਸਿਕ ਨਿਸ਼ਾਨੀਆਂ ਥੋੜੀ ਮੌਜੂਦ ਨੇ। ਮੰਨ ਲਓ ਕੱਲ ਨੂੰ ਇਤਿਹਾਸਿਕ ਚਟਾਨ ਵੀ ਨਾ ਰਵੇ, ਮੰਨ ਲਓ ਧਰਤੀ ਗਰਕ ਜਾਵੇ, ਉਹ ਝਰਨਾ ਵੀ ਨਾ ਰਵੇ, ਧਰਮ ਭਾਵਨਾ ਤੇ ਖਲੋਤਾ ਹੈ ਸਿੱਖ ਫਿਰ ਵੀ ਮੰਨੇਗਾ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਗੁਰੂ ਜੋ ਚਾਹੇ ਕਰ ਸਕਦਾ ਹੈ। ਇਹ ਠੀਕ ਹੈ ਵੀ ਇਤਿਹਾਸਿਕ ਵਸਤੂਆਂ ਸਾਡੇ ਕੋਲ ਮੌਜੂਦ ਨੇ, ਸਾਡਾ ਭਰੋਸਾ ਹੋਰ ਪੱਕਾ ਹੁੰਦਾ ਹੈ। ਕੱਲ ਨੂੰ ਰੱਬ ਨਾ ਕਰੇ ਕੋਈ ਰੱਬੀ ਆਫਤ ਐਸੀ ਆਵੇ, ਕੁਝ ਵੀ ਨਾ ਰਵੇ, ਤੇ ਫਿਰ ਵੀ ਇੱਥੇ ਭਾਵਨਾ ਚਾਹੀਦੀ ਹੈ ਵੀ ਅਸੀਂ ਇਤਿਹਾਸ 'ਚ ਪੜ੍ਹਿਆ, ਸਾਡਾ ਬਾਪੂ ਸਮਰੱਥ ਹੈ, ਗੁਰੂ ਨਾਨਕ ਜੋ ਚਾਹੇ ਕਰ ਸਕਦਾ ਹੈ। ਐਸੀ ਮੁਰਸ਼ਦ ਪ੍ਰਤੀ ਭਾਵਨਾ ਚਾਹੀਦੀ ਹੈ, ਕਿਉਂਕਿ ਬਾਣੀ ਕਹਿ ਰਹੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿ ਰਹੇ ਨੇ, ਦੀਨ ਦੁਨੀਆ ਦੇ ਮਾਲਕ ਆਪ ਕਹਿ ਰਹੇ ਨੇ। ਜਦੋਂ ਵਲੀ ਕੰਧਾਰੀ ਨੇ ਵੇਖਿਆ ਵੀ ਬਾਬੇ ਨੇ ਤੇ ਸਿਲਾਈ ਢੱਕ ਦਿੱਤੀ ਹੈ, ਉਹਨੂੰ ਇਸ ਗੱਲ ਦੀ ਸਮਝ ਆ ਗਈ। ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਹਿੰਦੇ ਨੇ, ਕਹਿੰਦੇ ਸਤਿਗੁਰ ਨੋ ਅਪੜ, ਸਤਿਗੁਰ ਨੋ ਅਪੜ ਕੋਈ ਨਾ ਸਕਈ, ਜਿਸ ਵੱਲ ਸਿਰਜਣ ਹਾਰਿਆ। ਗੁਰੂ ਵੱਲ ਪਰਮੇਸ਼ਰ ਹੈ, ਗੁਰੂ ਤੇ ਪਰਮੇਸ਼ਰ ਇੱਕ ਨੇ। ਜਿੱਥੋਂ ਤੱਕ ਉਹ ਪਹੁੰਚ ਸਕਦਾ ਹੈ, ਗੁਰੂ ਤੱਕ ਕੋਈ ਪਹੁੰਚ ਨਹੀਂ ਸਕਦਾ। ਉਹਦੀ ਕਰਾਮਾਤ ਐਸੀ ਹੈ। ਬਾਣੀ ਕਹਿੰਦੀ ਹੈ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਭਿਯੋਗ। ਗੁਰੂ ਚਟਾਨਾ ਛੱਡ ਕੇ ਇਹ ਖੰਡਾਂ ਬ੍ਰਹਮੰਡਾਂ ਨੂੰ, ਇਸ ਅਸਮਾਨ ਨੂੰ ਬਿਨਾਂ ਥੰਮਾਂ ਤੋਂ ਡੱਕ ਕੇ ਖਲੋਤਾ ਹੈ। ਗੁਰੂ ਹੀ ਤੇ ਪਰਮੇਸ਼ਰ ਹੈ, ਗੁਰੂ ਹੀ ਤੇ ਪਰਮੇਸ਼ਰ। ਇੱਥੇ ਕਿਹੜੇ ਪਿੱਲਰ ਕੱਢੇ ਨੇ ਵੀ ਅਸਮਾਨ ਢੱਕਿਆ ਹੋਇਆ ਹੈ। ਤੁਸੀਂ ਬੱਦਲ ਫੜਦਾ ਵੇਖਿਆ ਹੋਵੇਗਾ, ਨਹੀਂ ਤਾਂ ਸੋਸ਼ਲ ਮੀਡੀਆ ਤੇ YouTube ਤੇ ਵੇਖ ਲਿਓ, ਜਦੋਂ ਬੱਦਲ ਫੜਦਾ ਹੈ, ਡਿੱਗਦਾ ਹੈ, ਐਸੇ ਫਲੱਡਸ ਆਉਂਦੇ ਨੇ, ਐਸੀ ਭਰਪਾਰ ਪਾਣੀ ਦੀ ਹੁੰਦੀ ਹੈ, ਗਤੀ ਪਾਣੀ ਦੀ ਹੁੰਦੀ ਹੈ। ਆ ਹਿਮਕੁੰਡ ਸਾਹਿਬ ਪਿੱਛੇ ਜੇ YouTube ਤੇ ਵੀ ਵੀਡੀਓ ਹੋਵੇਗੀ, ਜਦੋਂ ਬੱਦਲ ਫਟਿਆ ਹੈ, ਹਜ਼ਾਰਾਂ ਹੀ ਗੱਡੀਆਂ ਰੁੜ ਗਈਆਂ। ਇੰਨਾ ਭਾਰਾ ਹੈ, ਇੰਨਾ ਪਾਣੀ ਹੈ ਉਹਦੇ ਵਿੱਚ, ਤੇ ਬਿਨਾਂ ਥੰਮਾਂ ਤੋਂ ਢੱਕਿਆ ਹੋਇਆ ਉਸਨੇ ਸਾਰਾ ਅਸਮਾਨ। ਜਦੋਂ ਡਿੱਗਦਾ ਹੈ, ਕੋਈ ਛੋਟਾ ਮੋਟਾ ਟੁਕੜਾ ਤਬਾਹੀ ਮਚਾ ਦਿੰਦਾ ਹੈ। ਤੇ ਜਿਹੜਾ ਕੁੱਲ ਕਾਇਨਾਤ ਨੂੰ ਨਿਰਗੁਣ ਸਰੂਪ ਵਿੱਚ ਬਿਨਾਂ ਥੰਮਾਂ ਤੋਂ ਇਹ ਦੁਨੀਆ ਖਿਲਾਰ ਕੇ ਬੈਠਾ ਹੈ, ਉਹਦੇ ਲਈ ਇਹ ਛੋਟੀਆਂ ਮੋਟੀਆਂ ਚਟਾਨਾਂ ਸਰਗੁਣ ਰੂਪ ਚ ਆ ਕੇ ਡੱਕਣੀਆਂ ਮਾਮੂਲੀ ਜਿਹਾ ਹੀ ਕੰਮ ਹੈ। ਨਿਰਗੁਣ ਆਪ, ਸਰਗੁਣ ਭੀ ਉਹੀ। ਗੁਰੂ ਨਾਨਕ ਹੀ ਨਿਰਗੁਣ ਤੌਰ ਤੇ ਰੱਬ ਹੈ ਤੇ ਸਰਗੁਣ ਤੌਰ ਤੇ ਗੁਰੂ ਨਾਨਕ ਹੈ। ਮਹਾਰਾਜ ਕਹਿੰਦੇ ਨੇ, ਗੁਰ ਪਰਮੇਸ਼ਰ ਹੈ ਭਿਯੋਗ, ਗੁਰ ਕਰਤਾ ਗੁਰ ਕਰਨੇ ਜੋਗ। ਗੁਰੂ ਜੋ ਚਾਹੇ ਕਰ ਸਕਦਾ ਹੈ। ਗੁਰੂ ਇਜ਼ ਦਾ ਟ੍ਰਾਂਸੈਂਡੈਂਟ ਲਾਰਡ, ਗੁਰੂ ਜੋ ਚਾਹੇ ਕਰ ਸਕਦਾ। ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਡੂਅਰ, ਗੁਰੂ ਕੈਨ ਡੂ ਐਵਰੀਥਿੰਗ। ਬਾਣੀ ਕਹਿੰਦੀ ਜੋ ਚਾਹੇ ਕਰ ਸਕਦਾ ਹੈ। ਤੇ ਇਹਨਾਂ ਕਿੱਥੇ ਪੜ੍ਹ ਲਿਆ ਬਾਣੀ 'ਚ ਵੀ ਗੁਰੂ ਪੱਥਰ ਨਹੀਂ ਰੋਕ ਸਕਦਾ, ਝਰਨਾ ਨਹੀਂ ਵਗਾ ਸਕਦਾ। ਵਾਦ ਵਾਈ ਹੈ, ਜਿੰਨਾ ਮਰਜ਼ੀ ਬੋਲੀ ਜਾਓ ਸਪੀਕਰ ਅੱਗੇ। ਨਾ ਕੋਈ ਬਾਣੀ ਦਾ ਗਿਆਨ, ਨਾ ਕੋਈ ਇਤਿਹਾਸ ਦਾ ਗਿਆਨ, ਨਾ ਕਿਸੇ ਭਾਸ਼ਾ ਦਾ ਗਿਆਨ। ਤੋਤੇ ਵਾਂਗੂ ਰਟਿਆ ਰਟਾਇਆ ਜੋ ਲਿਖ ਕੇ ਦਿੰਦੇ ਉਹ ਬੋਲ ਦੇਣਾ, ਤੇ ਭਾਵੇਂ ਆਪਣੇ ਪੰਥ ਦੇ ਹੀ ਉਲਟ ਬੋਲੀ ਜਾਈਏ। ਸੋ ਥੋੜਾ ਜਿਹਾ ਜ਼ਿਹਨ ਨੂੰ ਖੋਲੋ। ਗੁਰੂ ਨਾਨਕ ਅਜ਼ਮਤੀ ਹੈ। ਭਾਈ ਗੁਰਦਾਸ ਨੇ ਸਾਫ਼ ਕਿਹਾ, ਜਗ ਅੰਦਰ ਕੁਦਰਤ ਵਰਤਾਈ, ਉਹਨੇ ਅਜ਼ਮਤ ਵਿਖਾਈ ਹੈ ਦੁਨੀਆ ਅੰਦਰ। ਜਦੋਂ ਵੇਖਿਆ ਵਲੀ ਕੰਧਾਰੀ ਨੇ ਵੀ ਇਹਨੇ ਤੇ ਚਟਾਨ ਰੋਕ ਦਿੱਤੀ ਹੈ, ਤੇ ਕਵੀ ਸੰਤੋਖ ਸਿੰਘ ਕਹਿੰਦੇ ਦੌੜਿਆ ਪਹਾੜੀ ਤੋਂ,
ਤੇ ਜਾਣਿਆ ਵੀ ਮੇਰੇ ਨਾਲੋਂ ਵੱਡਾ ਅਜ਼ਮਤੀ ਹੈ, ਕੋਈ ਖੁਦਾ ਦਾ ਰੂਪ ਹੈ, ਤੇ ਦੌੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਡਿੱਗਿਆ। ਹੇ ਪ੍ਰਭ ਖਤਾ ਬਖਸ਼ਿਓ ਮੋਹੀ, ਨਹੀਂ ਮਹਾਤਮ ਜਾਣਿਓ ਤੋਹੀ। ਮੇਰੀ ਖਤਾ ਬਖਸ਼ ਲਵੋ। ਹੈ ਖੁਦਾ ਦੇ ਸਰੂਪ ਗੁਰੂ ਨਾਨਕ ਤਪਾ ਜੀ, ਮੈਂ ਤੁਹਾਡੇ ਮਹਾਤਮ ਨੂੰ, ਮਹਿਮਾ ਨੂੰ ਜਾਣ ਨਹੀਂ ਸਕਿਆ। ਚਰਨਾਂ ਚ ਆਇਆ, ਮੰਗ ਕੀ ਰੱਖੀ ਹੋਏ ਪਰਲੋਕ ਸਹਾਏ ਵਿਸ਼ੇਸ਼ਾ। ਅਸਮੋ ਕਹੋ ਕੀਜੈ ਉਪਦੇਸ਼ਾ। ਮੌਤ ਤੋਂ ਡਰ ਲੱਗਦਾ ਹੈ, ਕਿਰਪਾ ਕਰੋ ਕੋਈ ਐਸਾ ਉਪਦੇਸ਼ ਦਿਓ। ਐ ਗੁਰੂ ਨਾਨਕ ਉਪਦੇਸ਼ ਦਿਓ ਮੈਨੂੰ ਕੋਈ ਐਸਾ, ਮੇਰਾ ਪਰਲੋਕ ਸੌਰ ਜਾਵੇ, ਮੇਰਾ ਲੋਕ ਸੌਰ ਜਾਵੇ, ਮੈਨੂੰ ਮੌਤ ਦਾ ਭੈ ਨਾ ਰਵੇ। ਗੁਰੂ ਨਾਨਕ ਸਾਹਿਬ ਕਹਿੰਦੇ, ਵਲੀ ਕੰਧਾਰੀ ਰੱਬ ਦਾ ਨਾਮ ਲੈ ਕੇ ਅਜ਼ਮਤਾਂ ਲੈ ਲਈਆਂ, ਪਰ ਅਜ਼ਮਤਾਂ ਕਰਾਮਾਤਾਂ ਦੇ ਵਿੱਚ ਹੀ ਡੱਕੇ ਡੋਲੇ ਖਾਈ ਜਾਣਾ ਹੈ। ਗਾਂ ਵੀ ਲੰਘ, ਉਹ ਰੱਬ ਅੱਗੇ ਹੈ, ਉਹਦਾ ਨਾਮ ਜਪ। ਛੱਡ ਇਹਨਾਂ ਰਿੱਧੀਆਂ ਸਿੱਧੀਆਂ ਦਾ ਲਾਲਚ, ਛੱਡ ਇਹਨਾਂ ਰਿੱਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਡਰਾਉਣਾ। ਉਸ ਪਰਮਾਤਮਾ ਦਾ ਨਾਮ ਜਪ, ਤੇਰਾ ਲੋਕ ਪਰਲੋਕ ਸੌਰ ਜਾਵੇਗਾ। ਪਰ ਮੁਸ਼ਕਲ ਇਹ ਹੈ, ਅੱਜ ਦੇ ਹਾਲਾਤ ਐਸੇ ਨੇ, ਤੇਰੇ ਕੋਲ ਹੰਕਾਰ ਦਾ ਬਾਲਣ ਬੜਾ ਇਕੱਠਾ ਹੋਇਆ ਹੈ, ਤੇ ਹੰਕਾਰ ਦੇ ਬਾਲਣ ਦਾ ਖੁਰਾ ਖੋਜ ਮਿਟਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਅਗਨੀ ਲਾਉਣੀ ਪੈਂਦੀ ਹੈ। ਕਹਿੰਦੇ ਨਾਮ ਜਪਿਆ ਕਰ, ਹਰਦਮ ਯਾਦ ਖੁਦਾਏ ਕਰੀਜੈ। ਮਾਨੁਖ ਤਨ ਸਫਲੋ ਕਰ ਲੀਜੈ। ਖੁਦਾ ਨੂੰ ਯਾਦ ਕਰ, ਇਹ ਮਨੁੱਖਾ ਜਾਮਾ ਤੇਰਾ ਸਫਲਾ ਹੋ ਜਾਵੇਗਾ, ਮੌਤ ਦਾ ਭੈ ਕੱਟਿਆ ਜਾਵੇਗਾ। ਗੁਰੂ ਪਾਤਸ਼ਾਹ ਐਸੀ ਸਹਾਇਤਾ ਕਰਨ ਵਾਲੇ ਨੇ, ਦੀਨ ਦੁਨੀਆ ਦੇ ਮਾਲਕ ਸਹਾਇਤਾ ਕਰਨ ਵਾਲੇ ਨੇ। ਐਸੇ ਕੁੱਲ ਕਾਇਨਾਤ ਦੇ ਮਾਲਕ ਗੁਰੂ ਨਾਨਕ ਸਾਹਿਬ ਵਲੀ ਕੰਧਾਰੀ ਅਜ਼ਮਤ ਵੇਖ ਕੇ ਚਰਨੀ ਡਿੱਗ ਪਿਆ। ਤੇ ਅਸੀਂ ਚਰਨੀ ਡਿੱਗ ਕੇ ਕੀ ਕਹਿਣਾ ਹੈ? ਗੁਰ ਮੋਹਿਤ ਤਾਰੇ ਭਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ। ਗੁਰੂ ਜਹਾਜ਼ ਹੈ ਜਿਹੜਾ ਦੁੱਖਾਂ ਦੇ ਸਾਗਰ ਤੋਂ ਪਾਰ ਲਿਜਾਂਦਾ ਹੈ, 84 ਦੇ ਗੇੜ ਤੋਂ ਪਾਰ ਲਿਜਾਂਦਾ ਹੈ। ਗੁਰੂ ਨਾਨਕ ਦੀ ਸੇਵਾ ਕਰਨ ਵਾਲਿਆਂ ਨੂੰ ਜਮਾਂ ਦਾ ਮੌਤ ਦਾ ਡਰ ਨਹੀਂ ਰਹਿੰਦਾ। He will be released, he will be released from the messenger of death। ਉਹ ਮੌਤ ਤੋਂ ਵੀ ਨਜ਼ਾਕਤ ਪਾ ਲਵੇਗਾ ਜਿਹੜਾ ਗੁਰੂ ਨਾਨਕ ਦੇ ਗੀਤ ਗਾਵੇਗਾ, ਉਸ ਨੂੰ ਮੌਤ ਦਾ ਭੈ ਨਹੀਂ ਰਹਿੰਦਾ। ਐਸੀ ਪਹੁੰਚ ਦੇ ਉਹ ਮਾਲਕ ਬਣ ਜਾਂਦੇ ਨੇ। ਖੈਰ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੇ ਚਰਨਾਂ ਵਿੱਚ ਡਿੱਗਿਆ, ਤੇ ਫਿਰ ਇਹਨੂੰ ਬਾਣੀ ਨੇ ਕਿਹਾ ਹੈ, ਚਾਹੇ ਕੋਈ ਹਿੰਦੂ ਹੈ ਮੁਸਲਮਾਨ ਹੈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਚਾਹੇ ਉਹ ਹਿੰਦੂ ਹੈ ਮੁਸਲਮਾਨ ਹੈ, ਗੁਰੂ ਨਾਨਕ ਦੇ ਅੱਗੇ ਹਰ ਕੋਈ ਝੁਕਦਾ ਹੈ। ਦੀਨ ਦੁਨੀਆ ਦੇ ਮਾਲਕ 1526 ਬਿਕਰਮੀ ਸੰਮਤ ਨੂੰ ਰਾਏ ਭੋਏ ਦੀ ਤਲਵੰਡੀ ਕੱਤਕ ਦੇ ਮਹੀਨੇ ਪ੍ਰਗਟ ਹੋਏ। ਮਾਤਾ ਤ੍ਰਿਪਤਾ ਜੀ ਦੇ ਹਿਰਦੇ 'ਚ ਪ੍ਰਕਾਸ਼ ਧਾਰਿਆ। ਬਾਬਾ ਮਹਿਤਾ ਕਾਲੂ ਜੀ ਦੀ ਗੋਦ ਵਿੱਚ ਖੇਡੇ, ਔਰ 550 ਸਾਲਾ ਸ਼ਤਾਬਦੀ ਸਮਾਗਮ ਇਸ ਸਾਲ ਸਮੁੱਚੀ ਲੋਕਾਈ ਅੰਦਰ, ਕੋਈ ਸਿੱਖ ਹੈ, ਕੋਈ ਹਿੰਦੂ ਹੈ, ਮੁਸਲਮਾਨ ਹੈ, ਸਾਰੇ ਹੀ ਮਨਾ ਰਹੇ ਨੇ। ਕਿਉਂ ਮਨਾ ਰਹੇ ਨੇ? ਇੱਕੋ ਇੱਕ ਰਹਿਬਰ ਹੈ ਦੁਨੀਆ ਦਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਮੁਸਲਮਾਨਾਂ ਜਿਸ ਨੂੰ ਪੀਰ ਮੰਨਿਆ, ਹਿੰਦੂਆਂ ਨੇ ਬਾਬਾ ਗੁਰੂ ਮੰਨਿਆ, ਸਿੱਖਾਂ ਨੇ ਗੁਰੂ ਮੰਨਿਆ। ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਕੋਈ ਨਹੀਂ। ਗੁਰੂ ਨਾਨਕ ਦੀ ਅਜ਼ਮਤ ਤੇ ਕਦੇ ਸ਼ੰਕਾ ਨਹੀਂ ਕਰਨਾ। ਜਿਹੜਾ ਗੁਰੂ ਨਾਨਕ ਨੂੰ ਸੁਣੇਗਾ, ਦਿਦਾਰੇ ਕਰੇਗਾ, ਉਹਦੇ ਗੀਤ ਗਾਵੇਗਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਹੜਾ ਉਹਨਾਂ ਦੀ ਸੇਵਾ ਕਰੇਗਾ, ਨਜ਼ਾਕਤ ਹਾਸਲ ਕਰੇਗਾ। ਅੱਜ ਕਿੱਥੇ ਨੇ? ਪੋਥੀ ਪਰਮੇਸ਼ਰ ਕਾ ਥਾਨ, ਅੱਜ ਸ਼ਬਦ ਸਰੂਪ ਨੇ। ਨਿਰਗੁਣ ਤੌਰ ਤੇ ਹਰ ਜ਼ਰੇ ਵਿੱਚ ਨੇ। ਸਰਗੁਣ ਸਰੂਪ ਉਹਨਾਂ ਗੁਰੂ ਗੋਬਿੰਦ ਸਿੰਘ ਦਾ 10 ਜਾਮੇ ਬਦਲੇ, ਤੇ ਅੱਜ ਸ਼ਬਦ ਸਰੂਪ ਨੇ। ਪੋਥੀ ਪਰਮੇਸ਼ਰ ਕਾ ਥਾਨ, ਵਾਹੋ ਵਾਹੋ ਬਾਣੀ ਨਿਰੰਕਾਰ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਕੱਲ ਨੂੰ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਵਰਸਣਾ ਹੈ। ਜਿਹੜੇ ਅਭਿਲਾਖੀ ਨੇ, ਜਿਨ੍ਹਾਂ ਦੇ ਮਨ ਅੰਦਰ ਇੱਛਾ ਹੈ,
ਉਹ ਗੁਰੂ ਪਾਤਸ਼ਾਹ ਦਾ ਇਹ ਅੰਮ੍ਰਿਤ ਛਕੋ। ਦਾਸ ਕਈ ਵਾਰ ਇਹ ਜ਼ਿਕਰ ਕਰਦਾ ਹੁੰਦਾ, ਇਹ ਅੰਮ੍ਰਿਤ, ਇਹ ਆਬੇ ਹਯਾਤ, ਇਹਦਾ ਮਹਾਤਮ ਬੜਾ ਉੱਚਾ ਹੈ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅਬਿਲਾਖੀ ਹੀ ਛਕਣ, ਧੱਕੋ ਜ਼ੋਰੀ ਨਹੀਂ ਕਿਸੇ ਨੂੰ ਛਕਾਉਣਾ ਚਾਹੀਦਾ। ਦੇਵਤੇ ਤੇ ਤੜਪਦੇ ਫਿਰਦੇ ਨੇ, ਆਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਫਿਰ ਧਿਆਨ ਦਿਓ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਤਰਲੇ ਲੈਂਦੇ ਨੇ ਅੰਮ੍ਰਿਤ ਬਖਸ਼, ਖੰਡੇ ਦੀ ਪੌਲ ਬਖਸ਼, ਨਾਮ ਦਾ ਅੰਮ੍ਰਿਤ ਬਖਸ਼। ਏਡਾ ਮਹਾਤਮ ਹੈ ਅੰਮ੍ਰਿਤ ਦਾ। ਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਇਹੀ ਕਿਹਾ ਕਰੋ ਜੀ, ਅਬਿਲਾਖੀ ਕਥਾ ਕੀਰਤਨ ਸੁਣ ਕੇ ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੋਈ ਹੈ ਵੀ ਅੰਮ੍ਰਿਤ ਦੀ ਮਹਿਮਾ, ਅੰਮ੍ਰਿਤ ਦੀ ਬਰਕਤ, ਅੰਮ੍ਰਿਤ ਦੀ ਅਜ਼ਮਤ, ਜਿਨ੍ਹਾਂ ਨੇ ਖਾਲਸੇ ਦੇ ਇਤਿਹਾਸ ਅੰਦਰ ਵੇਖੀ ਹੈ, ਇਹ ਅੰਮ੍ਰਿਤ ਦਾ ਹੀ ਮਹਾਤਮ ਹੈ। 9-10 ਲੱਖ ਕੁਰਬਾਨੀ ਹੈ ਖਾਲਸੇ ਦੀ। ਇਹ ਕਹਿਣਾ ਪੈ ਗਿਆ ਸੀ ਖਾਨ ਬਹਾਦਰ ਨੂੰ, ਇਹਦੇ ਸਾਹਮਣੇ ਅਬਦਾਲੀ ਦੇ ਸਾਹਮਣੇ। ਉਹ ਕਹਿੰਦੇ ਯਾਰ ਮੈਂ ਸਾਰਾ ਭਾਰਤ ਵਰਸ਼ ਲੁੱਟ ਲਵਾਂ, ਕੋ ਸੁੱਟ ਲਵਾਂ, ਮੈਨੂੰ ਕੋਈ ਰੋਕਣ ਵਾਲਾ ਪੈਦਾ ਨਹੀਂ ਹੋਇਆ। ਮੁੱਠੀ ਭਰ ਪਤਾ ਨਹੀਂ ਕਿਹੜੇ ਜੰਗਲ ਚੋਂ ਆਉਂਦੇ ਨੇ, ਕਿੱਧਰ ਨੂੰ ਜਾਂਦੇ ਨੇ, ਮੈਨੂੰ ਹੀ ਲੁੱਟ ਕੇ ਤੁਰ ਜਾਂਦੇ ਨੇ, ਇਹਨਾਂ ਨੂੰ ਡਰ ਨਹੀਂ ਮੇਰਾ। ਤੇ ਖਾਨ ਬਹਾਦਰ ਕਹਿੰਦਾ ਇਹਨਾਂ ਆਬੇ ਹਯਾਤ ਛਕਿਆ ਹੈ ਮੁਰਸ਼ਦ ਗੁਰੂ ਗੋਬਿੰਦ ਸਿੰਘ ਦਾ, ਤੇਰਾ ਡਰ ਤੇ ਅਬਦਾਲੀ ਕੀ ਹੈ, ਤੇ ਮੌਤ ਤੋਂ ਵੀ ਨਹੀਂ ਡਰਦੇ। ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇनको ਆਬੇ ਹਯਾਤ ਦਇਓ ਹੈ, ਸਿਆਰਗ ਤੇ ਸਿੰਘਲੇਤ ਬਣਾਈ। ਇਹਨਾਂ ਦਾ ਮੁਰਸ਼ਦ ਬੜਾ ਤਕੜਾ, ਆਬੇ ਹਯਾਤ ਅੰਮ੍ਰਿਤ ਇਹਨਾਂ ਨੂੰ ਦਿੱਤਾ ਹੈ। ਸਿਆਰਗ ਗਿੱਦੜ ਨੂੰ ਕਹਿੰਦੇ ਨੇ, ਜਿਹੜਾ ਪੀ ਲੈਂਦਾ ਉਹ ਸ਼ੇਰ ਬਣ ਜਾਂਦਾ ਹੈ। ਇਹ ਅੰਮ੍ਰਿਤ ਹੈ, ਇਹ ਖੰਡੇ ਦੀ ਪੌਲ ਹੈ। ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਵੀ ਇਹੀ ਆਖਿਆ ਕਰੋ ਜੀ, ਜਿਨ੍ਹਾਂ ਅੰਦਰ ਅਭਿਲਾਖਾ ਹੈ ਉਹ ਛਕੋ, ਕਿਸੇ ਦਾ ਤਰਲਾ ਲੈਣ ਦੀ ਲੋੜ ਨਹੀਂ, ਕਰਮਾਂ ਵਾਲੇ ਨੂੰ ਹਾਸਲ ਹੁੰਦਾ ਹੈ। ਇਹਦੀ ਅਜ਼ਮਤ ਵੱਖਰੀ ਹੈ ਦੁਨੀਆ ਨਾਲੋਂ, ਇਹਦੀ ਅਜ਼ਮਤ ਹੈ। ਭਾਈ ਨੰਦ ਲਾਲ ਨੇ ਸਾਫ਼ ਕਿਹਾ ਸੀ ਕਿ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ ਯਕਹਤਾਜ਼, ਇਹ ਗੁਰੂ ਗੋਬਿੰਦ ਦੀ ਆਬੇ ਹਯਾਤ ਦੀ ਐਸੀ ਪਹੁੰਚ ਹੈ, ਜਿਸਨੇ ਉਹਦਾ ਅੰਮ੍ਰਿਤ ਛਕ ਲਿਆ, ਗੁਰੂ ਦਾ ਥਾਪੜਾ ਲੈ ਲਿਆ, ਉਹ ਮਨਸੂਰ ਬਣ ਗਿਆ, ਜਿੱਤਣ ਵਾਲਾ ਬਣ ਗਿਆ। ਉਹ ਫਿਰ ਹਾਰ ਨਹੀਂ ਮੰਨਦਾ, ਇਹ ਸਿਰ ਤੇ ਲੈਂਦਾ ਲੈ ਜਾਵੇ, ਕਦੇ ਸਿਰ ਨਹੀਂ ਝੁਕਾਉਂਦਾ। ਇਹ ਤਾਕਤ ਹੈ ਅੰਮ੍ਰਿਤ ਦੀ। ਸੋ ਅਭਿਲਾਖੀ, ਜਿਨ੍ਹਾਂ ਅੰਦਰ ਅਭਿਲਾਖਾ ਹੈ, ਕਥਾ ਕੀਰਤਨ ਬਾਣੀ ਇਤਿਹਾਸ ਸੁਣਿਆ ਕਰੋ। ਇਹ ਅੰਦਰ ਮਨ ਵਿੱਚ ਅਭਿਲਾਖਾ ਪੈਦਾ ਹੋਵੇਗੀ ਵੀ ਅੰਮ੍ਰਿਤ ਛਕਣਾ ਹੈ। ਇਹਦੇ ਹੀ ਬਲਬੂਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੰਨੀਆਂ ਨਾਲ ਨੋਚੇ ਗਏ, ਗਲੂਏ ਮੁਬਾਰਕ ਤੋਂ ਸੀ ਨਹੀਂ ਕੀਤੀ। ਇਹਦੇ ਬਲਬੂਤੇ ਹੀ 3-4 ਵਰਿਆਂ ਦਾ ਲਖਤੇ ਜਿਗਰ ਅਜੈ ਸਿੰਘ ਅੱਖਾਂ ਸਾਵੇਂ ਇਕਲੌਤਾ ਕਾਕਾ ਸ਼ਹੀਦ ਕਰਵਾ ਲਿਆ, ਸੀ ਨਹੀਂ ਕੀਤੀ। ਇਹ ਆਬੇ ਹਯਾਤ ਦੀ ਪਹੁੰਚ ਸੀ। ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਹੁਣ ਤੇ ਕੋਈ ਅੱਗੇ ਨਹੀਂ ਰਿਹਾ, ਕੋਈ ਪਿੱਛੇ ਨਹੀਂ ਰਿਹਾ, ਈਨ ਮੰਨ ਲੈ। ਪ੍ਰਕਸੀਅਰ ਕਹਿੰਦਾ ਈਨ ਮੰਨ ਲੈ। ਕਹਿੰਦਾ ਵੀ ਉਹ ਜਿਹੜੇ ਮੇਰੇ ਨਾਲ ਸਿੰਘ ਕੈਦ ਕੀਤੇ ਸਨ ਗੁਰਦਾਸ ਨੰਗਲ ਦੀ ਗਲੀ, ਉਹਨਾਂ ਈਨ ਮੰਨ ਲਈ। ਪ੍ਰਕਸੀਅਰ ਕਹਿੰਦਾ ਨਹੀਂ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਜਰਨੈਲ ਥਾਪਿਆ, ਤੇ ਜਰਨੈਲ ਦਾ ਅਹੁਦਾ ਵੱਡਾ, ਤੇ ਮੇਰੇ ਜਿਹੜੇ ਸਾਥੀ ਨੇ, ਮੇਰੇ ਜਿਹੜੇ ਸਿੰਘ ਨੇ, ਮੇਰੇ ਜਿਹੜੇ ਸਾਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਥਾਪੜਾ ਦੇ ਕੇ ਤੋਰੇ ਸਨ, ਜਿਨ੍ਹਾਂ ਦਾ ਮੈਨੂੰ ਆਗੂ ਬਣਾਇਆ ਸੀ, ਜੇ ਉਹ 600-700 ਸਿੰਘ, ਉਹਨਾਂ ਚੋਂ ਕਿਸੇ ਇੱਕ ਨੇ ਈਨ ਨਹੀਂ ਮੰਨੀ, ਤੇ ਉਹਨਾਂ ਦਾ ਜਰਨੈਲ ਈਨ ਭਲਾ ਕਿੱਦਾਂ ਮੰਨ ਲਵੇਗਾ। ਸਿਰ ਲੈ ਗਿਆ, ਅੱਖਾਂ ਸਾਵੇਂ ਅਜੈ ਸਿੰਘ ਸ਼ਹੀਦ ਕਰ ਦਿੱਤਾ, ਛੋਟਾ ਜਿਹਾ ਬੱਚਾ। ਤੇ ਗਲੂਏ ਮੁਬਾਰਕ ਚੋਂ ਇਹੀ ਨਿਕਲਿਆ ਸੀ, ਤਨ ਮਨ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ, ਉਸ ਗੁਰੂ ਦੀ ਖਾਤਰ ਤੇ ਸਭ ਕੁਝ ਵਾਰ ਸਕਦੇ ਹਾਂ। ਇਹ ਖੰਡੇ ਬਾਟੇ ਦੀ ਪੌਲ ਦੀ ਅਜ਼ਮਤ ਸੀ। ਇੰਨੀ ਤਾਕਤ ਹੈ ਉਸ ਅੰਮ੍ਰਿਤ ਵਿੱਚ। ਭਾਈ ਮਨੀ ਸਿੰਘ ਵੇਖ ਲਓ, ਬਾਬਾ ਦੀਪ ਸਿੰਘ ਵੇਖ ਲਓ, ਸਤਿਗੁਰ ਮੇਰਾ ਤਾਣ ਤਾਣ ਤਾਣਿਆਂ ਨੂੰ ਤਾਣ ਦੇ ਦਿੰਦਾ ਹੈ ਅੰਮ੍ਰਿਤ ਦੀ ਪੌਲ ਬਖਸ਼ ਕੇ। ਸੋ ਕੱਲ ਨੂੰ ਅੰਮ੍ਰਿਤ ਸੰਚਾਰ ਹੈ, ਅਭਿਲਾਖੀ ਛਕੋ, ਗੁਰੂ ਵਾਲੇ ਬਣੋ।
ਤੇ ਜਿਨ੍ਹਾਂ ਅੰਦਰ ਹਜੇ ਅਭਿਲਾਖਾ ਨਹੀਂ ਹੈ ਉਹ ਬਾਣੀ ਨਾਲ ਜੁੜੋ, ਕਥਾ ਕੀਰਤਨ ਸੁਣਿਆ ਕਰੋ। ਮਹਾਰਾਜ ਤੁਹਾਡੇ ਤੇ ਵੀ ਰੀਝ ਕੇ ਨਦਰ ਕਰਨ ਤੇ ਤੁਹਾਨੂੰ ਵੀ ਇਹ ਅਗੰਮੀ ਦਾਤ ਹਾਸਲ ਹੋ ਸਕੇ। ਇੱਥੇ ਦਾਸ ਵਿਚਾਰ ਨੂੰ ਸੰਕੋਚਦਾ ਹੈ। ਆਪ ਸਰਬੱਤ ਸੰਗਤਾਂ ਨੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ, ਉੱਥੇ ਲੱਖਾਂ ਹੀ ਲੋਕ ਅਕਾਲ ਚੈਨਲ ਰਾਹੀਂ ਲਾਈਵ ਇਸ ਸਮਾਗਮ ਨੂੰ ਵੇਖ ਰਹੇ ਹਨ। ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ